ਜਦੋਂ ਪਹਿਲੀ ਵਾਰ ਬੇਅਦਬੀ ਹੋਈ ਹੋਊਗੀ ਨਾ, ਉਦੋਂ ਤੁਸੀਂ ਸੋਚ ਕੇ ਦੇਖਿਓ ਕਿ ਉਦੋਂ ਮਾਹੌਲ ਕਿੱਦਾਂ ਦਾ ਸੀ। ਬਰਗਾੜੀ ਦਾ ਜਿਹੜਾ ਕਾਂਡ ਹੋ ਗਿਆ, ਉਦੋਂ ਕਿੰਨੀ ਸੰਗਤ ਬਾਹਰ ਨਿਕਲ ਕੇ ਆਈ, ਸ਼ਹੀਦੀਆਂ ਵੀ ਹੋਈਆਂ। ਅਜੇ ਤੱਕ ਅਸੀਂ ਉਹਨਾਂ ਸ਼ਹੀਦੀਆਂ ਦਾ ਇਨਸਾਫ ਮੰਗ ਰਹੇ ਹਾਂ। ਅਜੇ ਤੱਕ ਅਸੀਂ ਆਪਣੀ ਉਸ ਜਿਹੜੀ ਉਹ ਬੇਅਦਬੀ ਹੋਈ ਸੀ ਉਹਦਾ ਇਨਸਾਫ ਮੰਗ ਰਹੇ ਹਾਂ। ਬਰਗਾੜੀ ਦੇ ਵਿੱਚ ਉਹ ਬੇਅਦਬੀ ਹੁੰਦੀ ਆ, ਮੁੰਡੇ, ਨੌਜਵਾਨ, ਕੁੜੀਆਂ, ਬਜ਼ੁਰਗ ਸਾਰੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਉਂਦੇ ਆ ਔਰ ਬਕਾਇਦਾ ਧਰਨੇ ਦੇ ਵਿੱਚ ਜਾਂਦੇ ਆ। ਹਰ ਇੱਕ ਜਿਹੜਾ ਸਿੱਖ ਦਾ ਜਿਹੜਾ ਦਿਲ ਹੈ ਉਹ ਇਸ ਨਾਲ ਮਨ ਵੀ ਵਲੂੰਦਰਿਆ ਜਾਂਦਾ, ਉਹ ਇਸ ਬਾਰੇ ਗੁੱਸਾ ਵੀ ਉਹਦੇ ਅੰਦਰ ਆਉਂਦਾ। ਪਰ ਹੌਲੀ ਹੌਲੀ ਉਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਤਕਰੀਬਨ 400-500 ਬੇਅਦਬੀਆਂ ਕਰਾ ਕੇ ਅੱਜ ਮਾਹੌਲ ਐਸਾ ਸਿਰਜ ਦਿੱਤਾ ਕਿ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਮੈਂ ਨਿੱਜੀ ਤੌਰ 'ਤੇ ਵੀ ਜਾਣਦੀ ਹਾਂ, ਉਹ ਉਹਨਾਂ ਨਾਲ ਜਦੋਂ ਗੱਲ ਕਰੀਦੀ ਹੈ ਤਾਂ ਉਹ ਕਹਿੰਦੇ ਕਿ ਇਹ ਤਾਂ ਹੁਣ ਰੋਜ਼ ਦਾ ਹੀ ਕੰਮ ਹੋ ਗਿਆ। ਉਹਨਾਂ ਨੇ ਆਪ ਦੇ ਦਿਲ ਦੇ ਵਿੱਚ ਇਹ ਗੱਲ ਪਾ ਦਿੱਤੀ ਕਿ ਬੇਅਦਬੀ ਹੋਣਾ ਨੋਰਮਲ ਗੱਲ ਹੋ ਗਈ। ਕੁਝ ਕੁ ਸਮਾਂ ਜੇ ਇਹ ਬਕਾਇਦਾ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਇਸ ਗੱਲ ਨੂੰ ਇੰਨਾ ਨੋਰਮਲ ਕਰ ਦੇਣਗੇ ਕਿ ਤੁਹਾਡੇ ਸਾਹਮਣੇ ਗੁਰੂ ਦੀ ਬੇਅਦਬੀ ਹੋਊਗੀ ਔਰ ਤੁਸੀਂ ਕਹੋਗੇ ਕਿ ਇਹ ਤਾਂ ਹੁੰਦਾ ਰਹਿੰਦਾ। ਅਸੀਂ ਇਹ ਦੇਖੀਏ ਕਿ ਇਹਨਾਂ ਬੇਅਦਬੀਆਂ ਦੇ ਪਿੱਛੇ ਕਾਰਨ ਕੀ ਹੋ ਸਕਦਾ। ਕੀ ਕਾਰਨ ਹੈ? ਸਿਰਫ ਕਿਸੇ ਦਾ ਨਫ਼ਰਤ ਕਾਰਨ ਹੋਊਗੀ ਨਾ। ਐਡਾ ਮੂਰਖ ਜਿਹੜਾ ਸਾਡਾ ਦੁਸ਼ਮਣ ਆ ਉਹ ਹੈ ਨਹੀਂ। ਇਹ ਅਸੀਂ ਮੂਰਖ ਹਾਂ ਜਿਹੜੇ ਇੱਕ ਦੂਜੇ ਨਾਲ ਹੀ ਕਿੜ ਕੱਢੀ ਜਾਂਦੇ ਹਾਂ। ਮੈਨੂੰ ਇਹ ਡੇਰਾ ਨਹੀਂ ਪਸੰਦ, ਮੈਂ ਉਹਦੇ ਖਿਲਾਫ ਬੋਲ ਰਹੀ ਹਾਂ। ਇਹ ਡੇਰੇ ਨੂੰ ਮੈਂ ਨਹੀਂ ਪਸੰਦ, ਉਹ ਮੇਰੇ ਖਿਲਾਫ ਬੋਲ ਰਿਹਾ। ਇੱਦਾਂ ਨਹੀਂ ਹੁੰਦਾ। ਜੇ ਆਪਾਂ ਇਸ ਤਰੀਕੇ ਨਾਲ ਪਾਟੋ ਧਾੜ ਦੇ ਵਿੱਚ ਰਹਾਂਗੇ ਨਾ, ਸਿਰਫ ਆਪਣੇ ਆਪ ਨੂੰ ਸਿਆਣਾ ਸਮਝਾਉਣ ਦੇ ਚੱਕਰ ਦੇ ਵਿੱਚ ਰਹਾਂਗੇ ਤਾਂ ਸਾਰੇ ਰੁਲ ਜਾਵਾਂਗੇ। ਇਕੱਠੇ ਹੋਈਏ, ਸਿਰ ਜੋੜ ਕੇ ਇੱਕ ਦੂਜੇ ਕੋਲੋਂ ਸਮਝੀਏ। ਕਿਸੇ ਕੋਲ ਕਿਸੇ ਤਰ੍ਹਾਂ ਦੀ ਮਹਾਰਤ ਹੋਊਗੀ, ਕਿਸੇ ਕੋਲ ਕਿਸੇ ਤਰ੍ਹਾਂ ਦੀ ਮਹਾਰਤ ਹੋਊਗੀ। ਕੋਈ ਮਨੋਵਿਗਿਆਨ ਨੂੰ ਸਮਝਦਾ ਹੋਊਗਾ, ਕੋਈ ਗਿਆਨ ਨੂੰ ਸਮਝਦਾ ਹੋਊਗਾ, ਕੋਈ ਗੁਰਬਾਣੀ ਨੂੰ ਸਮਝਦਾ ਹੋਊਗਾ, ਕੋਈ ਜਿੱਦਾਂ ਸਾਡੇ ਨਿਹੰਗ ਸਿੰਘ ਨੇ ਉਹ ਮਿਲਟਰੀ ਨੂੰ ਸਮਝਦੇ ਹੋਣਗੇ। ਹਰ ਤਰੀਕੇ ਨਾਲ ਜਿਹੜੇ ਸਾਡੇ ਗੁਰੂ ਨੇ ਸਾਨੂੰ ਬੜੇ ਵਧੀਆ ਢਾਂਚੇ ਦੇ ਵਿੱਚ ਢਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਪਿਛਲੇ ਜਿਹੜੇ ਐਪੀਸੋਡਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ, ਆਪਾਂ ਦੂਸਰੇ ਪਾਤਸ਼ਾਹ ਦੇ ਜੀਵਨ ਕਾਲ ਦੇ ਵਿੱਚੋਂ ਲੈ ਕੇ ਆਪਾਂ ਉਹਨਾਂ ਦੀਆਂ ਜਿਹੜੀ ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਜੀ ਕੇ ਸਾਨੂੰ ਸੇਧ ਦਿੱਤੀ, ਜੋ ਰੂਲਸ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤੇ ਸੀ, ਉਹਨਾਂ ਨੂੰ ਵਿਸਥਾਰ ਕਰਕੇ ਉਹਨਾਂ ਦਾ ਬਕਾਇਦਾ ਉਸ ਵਿਸਥਾਰ ਨੂੰ ਜੀ ਕੇ ਸਾਨੂੰ ਦ੍ਰਿੜ ਕਰਵਾਏ ਸੀ ਜਿਹੜੇ ਰੂਲਸ, ਆਪਾਂ ਉਹਦੇ ਬਾਰੇ ਗੱਲ ਕਰ ਰਹੇ ਸੀਗੇ। ਅੱਜ ਦਾ ਜਿਹੜਾ ਐਪੀਸੋਡ ਹੈ ਉਹ ਮੈਂ ਤੁਹਾਨੂੰ ਪਿਛਲੀ ਵਾਰੀ ਸੰਗਤ ਨਾਲ ਗੱਲ ਸਾਂਝੀ ਕੀਤੀ ਸੀ ਕਿ ਕੁਐਸਚਨ ਆਨਸਰਸ ਦਾ ਜਿਹੜਾ ਇੱਕ ਬੜਾ ਲੰਬਾ ਗੈਪ ਪੈ ਗਿਆ, ਉਹ ਇਸ ਐਪੀਸੋਡ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗੀ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੇ ਸਕਾਂ, ਕਿਉਂਕਿ ਬਹੁਤ ਸਾਰੇ ਸਵਾਲ ਜਿਹੜੇ ਨੇ ਇਕੱਠੇ ਹੋ ਗਏ ਆ। ਅਤੇ ਇਹਦੇ ਨਾਲ ਮੈਂ ਇਹ ਵੀ ਆਪ ਜੀ ਨੂੰ ਰਿਕੁਐਸਟ ਕਰੂੰਗੀ ਕਿ ਜਿਹੜੀ ਤੁਹਾਡੀ ਈਮੇਲਸ ਨੇ ਉਹ ਤੁਸੀਂ ਮੈਨੂੰ ਜ਼ਰੂਰ ਭੇਜਦੇ ਰਹੋ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ ਹੈ, ਇਸ ਪ੍ਰੋਗਰਾਮ ਦੇ ਵਿੱਚ ਗਲਤੀਆਂ ਖਾਮੀਆਂ ਕੀ ਨੇ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਕਰਾਂ, ਜਾਂ ਆਪ ਜੀ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਨਵੀਆਂ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ, ਆਹ ਚੀਜ਼ਾਂ ਮਾਈਨਸ ਹੋਣੀਆਂ ਚਾਹੀਦੀਆਂ। ਜਿਸ ਤਰੀਕੇ ਨਾਲ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਆ, ਸਮਝਦੇ ਆ, ਸੁਣਦੇ ਆ, ਤਾਂ ਮੈਨੂੰ ਈਮੇਲ ਕਰਕੇ ਤੁਸੀਂ ਜ਼ਰੂਰ ਦੱਸਿਆ ਕਰੋ। ਈਮੇਲ ਜਿਹੜੀ ਆ ਉਹ ਤੁਹਾਡੇ TV ਜਦੋਂ ਤੁਸੀਂ ਦੇਖ ਰਹੇ ਆ ਤਾਂ ਉਹਦੇ ਨੀਚੇ ਚੱਲ ਰਹੀ ਹੋਊਗੀ, kirdarekhalsa@akalchannel.tv। ਤੁਸੀਂ ਮੈਨੂੰ ਆਪਣੀਆਂ ਈਮੇਲਸ ਦੇ ਜ਼ਰੀਏ ਆਪਣੇ ਜਿਹੜੇ ਵਿਚਾਰ ਨੇ ਉਹ ਦੱਸਿਆ ਕਰੋ। ਔਰ ਇਹਦੇ ਨਾਲ ਜਿਹੜੇ ਤੁਹਾਡੇ ਕੁਐਸਚਨਸ ਵੀ ਨੇ, ਜਿਹੜੇ ਸਵਾਲ ਨੇ, ਖਾਸ ਤੌਰ 'ਤੇ ਜਿਹੜੇ ਸਿੱਖ ਨੌਜਵਾਨਾਂ ਦੇ ਜੋ ਸਵਾਲ ਨੇ, ਜੋ ਹੁਣ ਜਿਹੜੀ ਜਨਰੇਸ਼ਨ ਆ, ਚਾਹੇ ਤੁਸੀਂ ਛੋਟੇ ਬੱਚੇ ਆ ਜਾਂ ਕੋਈ ਨੌਜਵਾਨ ਹੈ, ਜਿਸ ਤਰੀਕੇ ਨਾਲ ਵੀ ਜਿਸ ਦੇ ਵੀ ਕੋਈ ਸਵਾਲ ਨੇ ਉਹ ਸਵਾਲ ਜ਼ਰੂਰ ਆਪਣੇ ਭੇਜ ਦਿਆ ਕਰੋ। ਉਹ ਸਵਾਲ ਮੈਨੂੰ ਇੱਕ ਪਲੈਟਫਾਰਮ ਦਿੰਦੇ ਨੇ ਚੀਜ਼ਾਂ ਨੂੰ ਡਿਸਕਸ ਕਰਨ ਦਾ। ਮੈਂ ਆਪ ਜੀ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਕਿ ਜ਼ਰੂਰੀ ਨਹੀਂ ਕਿ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੋਵੇ, ਪਰ ਮੈਂ ਕੋਸ਼ਿਸ਼ ਕਰ ਸਕਦੀ ਹਾਂ। ਅਗਰ ਮੇਰੇ ਕੋਲ ਹੋਇਆ, ਅਗਰ ਉਹ ਪਹਿਲਾਂ ਕਿਤੇ ਮੈਂ ਸਮਝਿਆ ਜਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੋਈ ਤਾਂ ਮੈਂ ਜ਼ਰੂਰ ਉਸ ਦਾ ਜਵਾਬ ਆਪ ਦੇਵਾਂਗੀ। ਅਗਰ ਮੈਨੂੰ ਲੱਗਿਆ ਕਿ ਉਹ ਸਵਾਲ ਮੇਰੀ ਪਹੁੰਚ ਤਾਂ ਹੈ ਨਹੀਂ, ਮੈਂ ਜਵਾਬ ਦੇ ਨਹੀਂ ਸਕਦੀ, ਤਾਂ ਸਾਡੀ ਕੌਮ ਦੇ ਵਿੱਚ ਬਹੁਤ ਐਸੇ ਹੀਰੇ, ਬਹੁਤ ਐਸੇ ਸੂਝਵਾਨ ਲੋਕ ਬੈਠੇ ਹੋਏ ਨੇ ਜਿਹੜੇ ਆਪਣੇ ਆਪ ਵਿੱਚ ਹੀ ਗਿਆਨ ਦਾ ਭੰਡਾਰ ਨੇ। ਔਰ ਮੈਨੂੰ ਸਮੇਂ ਦੇ ਉੱਤੇ ਬੜੇ ਗੁਰਸਿੱਖਾਂ ਦੀ ਜਿਹੜੀ ਸੰਗਤ ਕਰਨ ਦਾ ਮੌਕਾ ਮਿਲਦਾ ਰਹਿੰਦਾ, ਉਹਨਾਂ ਦੇ ਕੋਲੋਂ ਕੁਝ ਨਵੀਆਂ ਹੀ ਚੀਜ਼ਾਂ ਸੁਣਨ ਨੂੰ ਮਿਲਦੀਆਂ। ਔਰ ਹਰ ਵਾਰੀ ਮੈਂ ਉਹਨਾਂ ਦੇ ਕੋਲੋਂ ਸੁਣ ਕੇ ਫਿਰ ਆਪਣੇ ਆਪ ਨੂੰ ਇਹ ਸਵਾਲ ਪੁੱਛਦੀ ਹਾਂ ਕਿ ਇਹ ਗੱਲ ਤੂੰ ਤਾਂ ਕਦੀ ਨਹੀਂ ਸੀ ਸੋਚੀ, ਹੈ ਨਾ, ਇਹ ਤਾਂ ਨਵੀਂ ਆ ਤੇਰੇ ਲਈ।
ਕਦੋਂ ਇਹ ਜਿਹੜੀ ਚੀਜ਼, ਕਦੋਂ ਤੂੰ ਆਪਣੇ ਆਪ ਨੂੰ ਇਹ ਕਹਿ ਪਾਏਂਗੀ ਕਿ ਮੈਨੂੰ ਸਾਰਾ ਕੁਛ ਪਤਾ, ਜੋ ਕਿ ਆਪਣੇ ਆਪ 'ਚ ਹੀ ਇੱਕ ਬੇਵਕੂਫੀ ਵਾਲੀ ਗੱਲ ਆ। ਕਿਉਂਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਅਗਰ ਇਹ ਕਹਿੰਦਾ ਹੈ ਕਿ ਮੈਨੂੰ ਪੂਰਨ ਗਿਆਨ ਹੈ, ਤਾਂ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ। ਕਿਉਂਕਿ ਗਿਆਨ ਜਿਹੜਾ ਉਹ ਸਮੁੰਦਰ ਵਾਂਗੂ ਹੁੰਦਾ, ਉਹਦੀ ਗਹਿਰਾਈ ਨਾਪੀ ਜਾਣੀ ਨਹੀਂ ਪੋਸੀਬਲ। ਸੋ ਇਸ ਕਰਕੇ ਆਪਾਂ ਅਗਰ ਮੈਨੂੰ ਲੱਗਾ ਕਿ ਮੈਂ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੀ ਜਾਂ ਉਹ ਮੇਰੇ ਕੋਲ ਹੈ ਨਹੀਂ, ਤਾਂ ਮੈਂ ਜਿਹੜੇ ਹੋਰ ਜਿਹੜੇ ਬੁੱਧੀਜੀਵੀ ਜਾਂ ਜਿਹੜੇ ਗੁਰਮੁਖ ਪਿਆਰੇ ਮੈਨੂੰ ਜਾਣਦੇ ਨੇ ਜਾਂ ਮੇਰੇ ਕਿਸੇ ਨਾ ਕਿਸੇ ਕੰਟੈਕਟ ਦੇ ਵਿੱਚ ਹੈਗੇ, ਮੈਂ ਉਹਨਾਂ ਨੂੰ ਬੁਲਾ ਕੇ ਵੀ ਉਹਦਾ ਜਵਾਬ ਆਪਾਂ ਲੈ ਸਕਦੇ ਹਾਂ। ਅਗਰ ਮੰਨ ਲਿਓ ਕਿ ਮੇਰੇ ਕੋਲ ਵੀ ਕੋਈ ਐਸਾ ਇਨਸਾਨ ਨਹੀਂ ਹੈ, ਤਾਂ ਆਪਾਂ ਉਹ ਸਵਾਲ ਜਿਹੜਾ ਉਹ ਸੰਗਤ ਦੀ ਕਚਹਿਰੀ ਵਿੱਚ ਰੱਖ ਸਕਦੇ ਹਾਂ, ਸੋ ਦੈਟ ਕਿ ਅਗਰ ਸੰਗਤ ਦੇ ਵਿੱਚੋਂ ਕੋਈ ਉਸ ਦਾ ਜਵਾਬ ਦੇਣਾ ਚਾਹੇ ਤਾਂ ਉਹ ਵੀ ਇਸ ਮੰਚ 'ਤੇ ਆ ਕੇ ਜਵਾਬ ਦੇ ਸਕਦਾ। ਸੋ ਇਹ ਜਿਹੜਾ ਪਲੇਟਫਾਰਮ ਹੈ ਕਿਰਦਾਰੇ ਖਾਲਸਾ ਦਾ ਪਲੇਟਫਾਰਮ, ਇਹ ਖੜ੍ਹਾ ਹੀ ਇਸ ਲਈ ਕੀਤਾ ਗਿਆ ਤਾਂ ਕਿ ਜੋ ਆਪਣੀ ਕੌਮ ਦੇ ਵਿੱਚ ਜੋ ਦੁਵਿਧਾਵਾਂ ਪਈਆਂ ਨੇ, ਛੋਟੀਆਂ ਗੱਲਾਂ ਨੂੰ ਲੈ ਕੇ ਜੋ ਸਵਾਲ ਖੜ੍ਹੇ ਕੀਤੇ ਗਏ ਨੇ, ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦਿੱਤੇ ਜਾ ਸਕਣ। ਸਵਾਲਾਂ ਦੀ ਲਿਸਟ ਮੇਰੇ ਕੋਲ ਬੜੀ ਲੰਬੀ ਹੈ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਜਿਹੜਾ ਉਹ ਦੁਵਿਧਾ ਦੇ ਉੱਤੇ ਇੱਕ ਐਗਜ਼ਾਮਪਲ ਦੇ ਵਜੋਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਪਿੱਛੇ ਜੇ ਇੱਕ ਜਿਹੜੀ ਸਿੰਘੂ ਬਾਰਡਰ ਦੇ ਉੱਤੇ ਜੋ ਘਟਨਾ ਹੋਈ, ਉਸ ਦੇ ਉੱਤੇ ਬੜੇ ਸਾਰੇ ਸਵਾਲ ਚੁੱਕੇ ਗਏ। ਕਿਸੇ ਨੇ ਕੁਛ ਬੋਲਿਆ, ਕਿਸੇ ਨੇ ਕੁਛ ਬੋਲਿਆ, ਕੋਈ ਡਟ ਕੇ ਆਪਣੀ ਨਿਹੰਗ ਸਿੰਘ ਫੌਜਾਂ ਦੇ ਹੱਕ 'ਚ ਖੜ੍ਹ ਗਿਆ, ਕੋਈ ਅਗੇਂਸਟ ਹੋ ਗਿਆ। ਹਰ ਕਿਸੇ ਬੰਦੇ ਨੇ ਆਪਣੇ ਆਪਣੇ ਤਰੀਕੇ ਨਾਲ ਉਸਨੂੰ ਦੇਖਿਆ, ਪਰ ਕੁਝ ਬੜੇ ਹਾਸੋਹੀਣੇ ਸਵਾਲ ਵੀ ਆਏ। ਉਹ ਸਵਾਲਾਂ ਨੂੰ ਵੇਖ ਕੇ ਕਦੀ ਤਾਂ ਮੈਨੂੰ ਲੱਗਦਾ ਕਿ ਕਿਆ ਅਸੀਂ ਵਾਕਈ ਸਾਡਾ ਬੌਧਿਕ ਦਿਵਾਲੀਆ ਨਿਕਲ ਚੁੱਕਾ ਹੈ, ਜੋ ਅਸੀਂ ਸਿੰਪਲ ਚੀਜ਼ਾਂ ਨੂੰ ਵੀ ਪਲੜੇ 'ਚ ਰੱਖ ਕੇ ਨਹੀਂ ਦੇਖ ਪਾਉਂਦੇ। ਅਤੇ ਕੁਛ ਸਵਾਲ ਐਸੇ ਸੀ ਜਿਨ੍ਹਾਂ ਨੂੰ ਵੇਖ ਕੇ ਮੈਨੂੰ ਸਿਰਫ ਪੁੱਛਣ ਵਾਲਿਆਂ 'ਤੇ ਤਰਸ ਆਇਆ। ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝ ਗਈ ਕਿ ਮੈਨੂੰ ਲੱਗਾ ਕਿ ਮੈਂ ਜਵਾਬ ਦੇ ਸਕਦੀ ਹਾਂ, ਨਹੀਂ, ਪਰ ਮੈਨੂੰ ਲੱਗਾ ਕਿ ਸ਼ਾਇਦ ਇਹ ਤਾਂ ਬੜੀ ਬੇਸਿਕ ਜਿਹੀਆਂ ਚੀਜ਼ਾਂ ਜੋ ਸਾਨੂੰ ਸਮਝਣੀ ਚਾਹੀਦੀਆਂ ਨੇ। ਸੋ ਉਹਨਾਂ ਵਿੱਚੋਂ ਹੀ ਇੱਕ ਸਵਾਲ ਸੀ, ਕਿਸੇ ਗਿਆਨੀ ਨੇ ਕੀਤਾ। ਉਹ ਇਹ ਸੀ ਕਿ ਜੇਕਰ ਕਿਸੇ ਦਾ ਸਿਰ ਇਸ ਕਰਕੇ ਕਲਮ ਕਰਨਾ ਸਹੀ ਹੈ ਕਿ ਉਸਨੇ ਤੁਹਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ, ਤਾਂ ਫਿਰ ਜਦੋਂ ਮੁਸਲਮਾਨ ਬੰਦ ਕੱਟਦੇ ਸੀ ਜਾਂ ਖੋਪੜੀਆਂ ਲਾਉਂਦੇ ਸੀ ਜਾਂ ਉਹ ਸਿਰਾਂ ਦੇ ਮੁੱਲ ਪਾਉਂਦੇ ਸੀ, ਅਤੇ ਉਹ ਗਲਤ ਕਿੱਦਾਂ ਸੀ। ਹੁਣ ਇਹ ਸਵਾਲ ਮੈਨੂੰ ਆਪਣੇ ਆਪ 'ਚ ਬੜਾ ਅਜੀਬ ਅਤੇ ਬੜਾ ਬੇਤੁਕਾ ਵੀ ਲੱਗਾ, ਕਿਉਂਕਿ ਦੋ ਅਲੱਗ-ਅਲੱਗ ਸਿਨੈਰੀਓਜ਼ ਨੇ। ਪਹਿਲਾ ਸਿਨੈਰੀਓ ਉਹ ਹੈ ਜਿਹਦੇ ਵਿੱਚ ਮੁਸਲਮਾਨ, ਕਿਉਂਕਿ ਉਸ ਟਾਈਮ 'ਤੇ ਹੁਕਮਰਾਨ ਸੀ, ਉਹ ਹਕੂਮਤ ਦੇ ਵਿੱਚ ਸੀ, ਔਰ ਉਹ ਬੰਦ ਇਸ ਲਈ ਕੱਟ ਰਹੇ ਸੀ ਕਿਉਂਕਿ ਉਹ ਕਹਿੰਦੇ ਸੀਗੇ ਕਿ ਤੁਸੀਂ ਸਾਡਾ ਧਰਮ ਕਬੂਲ ਕਰੋ। ਔਰ ਉਸ ਦੇ ਅਗੇਂਸਟ ਜਦੋਂ ਲੋਕ ਕਹਿੰਦੇ ਸੀਗੇ ਕਿ ਨਹੀਂ, ਇਹ ਸਾਡਾ ਮਨੁੱਖੀ ਅਧਿਕਾਰ ਹੈ ਕਿ ਅਸੀਂ ਕਿਸ ਨੂੰ ਮੰਨਣਾ ਹੈ, ਸਾਡਾ ਇਸ਼ਟ ਕੌਣ ਹੋਊਗਾ, ਅਸੀਂ ਕਿਹਦੀ ਪੂਜਾ ਕਰਨੀ ਹੈ, ਨਹੀਂ ਕਰਨੀ, ਇਹ ਸਾਡੀ ਮਰਜ਼ੀ ਹੈ। ਤਾਂ ਇਸ ਵਾਸਤੇ ਜਦੋਂ ਸਿੱਖੀ ਦੇ ਮਾਪਦੰਡ ਦੇ ਉੱਤੇ ਖੜੇ ਉਤਰਨ ਵਾਲੇ ਲੋਕ ਜੋ ਗੁਰਬਾਣੀ ਹੋ ਗਏ, ਜਦੋਂ ਉਹ ਮੈਦਾਨ ਦੇ ਵਿੱਚ ਨਿੱਤਰਦੇ ਆ ਅਤੇ ਉਹਨਾਂ ਦੇ ਬੰਦ ਲਾਏ ਜਾਂਦੇ ਆ, ਖੋਪੜੀਆਂ ਲਹਾਈਆਂ ਜਾਂਦੀਆਂ, ਉਹਨਾਂ ਨੇ ਕਿਸੇ ਦੇ ਧਰਮ ਦਾ ਨਿਰਾਦਰ ਨਹੀਂ ਕੀਤਾ ਸੀ। ਉਹਨਾਂ ਨੇ ਸਿਰਫ ਇਹ ਗੱਲ ਕਹੀ ਸੀ ਕਿ ਮੈਂ ਕੀ ਮੰਨਣਾ ਹੈ, ਮੇਰਾ ਧਰਮ ਕੀ ਹੋਊਗਾ, ਇਹ ਮੈਂ ਡਿਸਾਈਡ ਕਰੂੰਗਾ, ਹੋਰ ਕੋਈ ਦੂਸਰਾ ਬੰਦਾ ਡਿਸਾਈਡ ਨਹੀਂ ਕਰੂਗਾ। ਪਰ ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਹੋ, ਪਰ ਤੁਹਾਨੂੰ ਇਸਲਾਮ ਕਬੂਲ ਕਰਨਾ ਪਊਗਾ, ਤੁਹਾਨੂੰ ਸਾਡਾ ਧਰਮ ਮੰਨਣਾ ਪਊਗਾ। ਔਰ ਇਸ ਕਰਕੇ ਉਹਨਾਂ ਨੇ ਜਿਹੜਾ ਇਹੋ ਜਿਹਾ ਰਵੱਈਆ ਜਿਹੜਾ ਅਪਣਾਇਆ। ਹੁਣ ਇਹ ਦੋ ਚੀਜ਼ਾਂ ਨੂੰ ਆਪਾਂ ਕਿੱਦਾਂ ਇਕੱਠਾ ਕਰਕੇ ਔਰ ਇਹਨੂੰ ਕਿਸ ਤਰੀਕੇ ਨਾਲ ਸਵਾਲ ਦੇ ਰੂਪ ਦੇ ਵਿੱਚ ਸਿੱਟ ਦਿੰਦੇ ਹਾਂ, ਇਹ ਬੜੀ ਹਾਸੋਹੀਣੀ ਗੱਲ ਨਹੀਂ ਆਪ ਜੀ ਨੂੰ ਲੱਗਦੀ? ਸਾਡਾ ਸਟੈਂਡ ਕੋਈ ਵੀ ਹੋ ਸਕਦਾ। ਇਸ ਸਮੇਂ ਮੈਂ ਉਹਦੇ ਬਾਰੇ ਗੱਲ ਹੀ ਨਹੀਂ ਕਰਦੀ ਕਿਉਂਕਿ ਮੇਰਾ ਸਟੈਂਡ ਬਹੁਤ ਕਲੀਅਰ ਆ, ਬਟ ਕਿਸੇ ਦਾ ਸਟੈਂਡ ਕੋਈ ਵੀ ਹੋ ਸਕਦਾ, ਤੁਹਾਨੂੰ ਠੀਕ ਵੀ ਲੱਗਾ ਹੋ ਸਕਦਾ, ਗਲਤ ਵੀ ਲੱਗਾ ਹੋ ਸਕਦਾ। ਪਰ ਇਸ ਸਵਾਲ ਨੂੰ ਜ਼ਰਾ ਆਪਣੀ ਬੁੱਧੀ ਦੇ ਉੱਤੇ ਇੱਕ ਰੱਖ ਕੇ, ਇੱਕ ਕਸਵੱਟੀ ਦੇ ਉੱਤੇ ਰੱਖ ਕੇ ਪਰਖਿਓ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਾਡੀ ਕੌਮ ਨੂੰ ਦੋ ਫਾੜ ਕਰਨ ਦੇ ਲਈ, ਸਾਡੇ ਵਿੱਚ ਉਲਝਣਾਂ ਪੈਦਾ ਕਰਨ ਦੇ ਲਈ ਕਿੱਥੋਂ ਤੱਕ ਜਿਹੜਾ ਮਾਨਸਿਕ ਅਟੈਕ ਹੋ ਰਹੇ ਆ, ਅਤੇ ਸਾਡੇ ਪੱਲੇ ਨਹੀਂ ਗੱਲ ਪੈ ਰਹੀ। ਅਸੀਂ ਫਿਰ ਵੀ ਆਪਸ 'ਚ ਲੜਨਾ ਜਿਹੜਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ। ਸਵਾਲ ਕਰਨ ਵਾਲਾ ਵੀ ਸਿੱਖ ਹੈ। ਹੁਣ ਜਿਹੜੇ ਅੱਗੋਂ ਜਵਾਬ ਦੇ ਰਹੇ ਨੇ, ਉਹਨਾਂ ਕੋਲ ਜਵਾਬ ਐਜ਼ ਇਟ ਇਜ਼ ਤਾਂ ਉਹ ਸ਼ਾਇਦ ਮੈਨੂੰ ਲੱਗਦਾ ਕਿ ਪਤਾ ਨਹੀਂ ਕਿਉਂ, ਪਰ ਉਹ ਗਾਲਾਂ 'ਤੇ ਉੱਤਰ ਆਉਂਦੇ ਆ।
शायद इस करके क्योंकि साडे कोल अल्फाज मुक गए ने, या शायद इस करके भी क्योंकि जवाब दिंदे दिंदे शायद साडे चों बहुत सारे लोग ਜਿਹੜੇ ਹਤਾਸ਼ ਮਹਿਸੂਸ ਕਰਦੇ ਨੇ ਕਿ ਕਿਹਨੂੰ ਕਿਹਨੂੰ ਜਵਾਬ ਦੇਈ ਜਾਈਏ। ਬਹੁਤ ਲੋਕਾਂ ਦੀ ਮੈਨੂੰ ਇਹ ਗੱਲ ਆਉਂਦੀ ਹੈ ਕਿ ਕਿਹੜੇ ਫਰੰਟ 'ਤੇ ਜਿਹੜੇ ਆ ਸਿੱਖ ਲੜਨ, ਪਰ ਜਦੋਂ ਤੁਸੀਂ ਇਹ ਮੰਨ ਲਿਆ ਕਿ ਤੁਸੀਂ ਗੁਰੂ ਦੇ ਪਿਆਰੇ ਹਾਂ, ਤੁਸੀਂ ਗੁਰੂ ਸਿੱਖ ਹਾਂ, ਤਾਂ ਸਾਨੂੰ ਸਾਰੇ ਫਰੰਟ ਸਾਂਭਣੇ ਹੀ ਪੈਣੇ ਆ। ਪਿਆਰ ਨਾਲ ਸਾਂਭ ਲਈਏ ਜਾਂ ਲਤਾੜੇ ਜਾਵਾਂਗੇ ਫਿਰ ਸਾਂਭਣੇ ਪੈਣਗੇ, ਪਰ ਸਾਂਭਣੇ ਹੀ ਪੈਣੇ ਆ ਕਿਉਂਕਿ ਗੁਰੂ ਦਾ ਸਿੱਖ ਜੋ ਹੈ ਉਸ ਦੇ ਅੰਦਰ ਕੁਝ ਕੁ ਧਾਰਨਾਵਾਂ ਪੱਕੀਆਂ ਨੇ, ਉਹਨਾਂ ਨੂੰ ਅਦੂਲਿਆ ਨਹੀਂ ਜਾ ਸਕਦਾ। ਇੱਕ ਤਾਂ ਉਹ ਹਿਊਮਨ ਰਾਈਟਸ ਦੇ ਵਾਸਤੇ ਖੜਾ ਹੋਊਗਾ ਹੀ ਹੋਊਗਾ ਗੁਰੂ ਦਾ ਸਿੱਖ। ਹੁਣ ਜਿਹੜਾ ਗੁਰੂ ਦਾ ਸਿੱਖ ਹਿਊਮਨ ਰਾਈਟਸ ਲਈ ਖੜਾ ਹੈ ਕਿ ਕਿਸੇ ਹੋਰ ਦੇ ਰਾਈਟਸ ਦਾ ਵੀ ਉਲੰਘਣ ਉਹ ਨਹੀਂ ਹੋਣ ਦਿੰਦਾ, ਉਹ ਆਪਣੇ ਇਸ਼ਟ ਦੀ ਬੇਅਦਬੀ ਕਿੱਦਾਂ ਬਰਦਾਸ਼ਤ ਕਰ ਸਕਦਾ। ਸੋ ਇਸ ਕਰਕੇ ਔਰ ਸਿਰਫ ਗੱਲ ਬੇਅਦਬੀ ਦੀ ਵੀ ਨਹੀਂ, ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਇਹ ਗੱਲ ਆਪ ਸਭ ਨਾਲ ਸਾਂਝੀ ਕੀਤੀ ਸੀ ਕਿ ਜਦੋਂ ਬੇਅਦਬੀ ਕੀਤੀ ਜਾਂਦੀ ਹੈ, ਆਪ ਜੀ ਨੂੰ ਕੀ ਲੱਗਦਾ ਹੈ ਕਿ ਇਹ ਕੋਈ ਐਵੇਂ ਘਟਨਾਵਾਂ ਹੋਣ ਲੱਗ ਗਈਆਂ, ਜਾਂ ਇਹ ਸਿਰਫ ਤੁਹਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਹੈ ਕਿ ਉਹ ਆਉਂਦੇ ਆ ਅਤੇ ਤੁਹਾਡਾ ਗ੍ਰੰਥ ਦੀ ਜਿਹੜੀ ਆ ਉਹ ਬੇਅਦਬੀ ਕਰਕੇ ਚਲੇ ਜਾਂਦੇ ਆ, ਸਿਰਫ ਧਾਰਮਿਕ ਭਾਵਨਾਵਾਂ ਤੱਕ ਦੀ ਗੱਲ ਹੈ। ਨਹੀਂ, ਇਸ ਨੂੰ ਸੰਗਤ ਜੀ ਧਿਆਨ ਨਾਲ ਬਾਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਸਾਡੇ ਗੁਰੂ ਦੀ ਗੁਰੂ ਪਦਵੀ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰਨ ਵਾਲੇ ਲੋਕ ਨੇ। ਇਹ ਉਹ ਲੋਕ ਨੇ ਜਿਹੜੇ ਬਾਅਦ ਵਿੱਚ ਕੁਝ ਸਮੇਂ ਬਾਅਦ ਇਹੀ ਲੋਕ ਤੁਹਾਨੂੰ ਪਹਿਲਾਂ ਨੋਰਮਲਾਈਜ਼ ਕਰਨਗੇ, ਕਿਉਂਕਿ ਜਦੋਂ ਪਹਿਲੀ ਵਾਰ ਬੇਅਦਬੀ ਹੋਈ ਹੋਊਗੀ ਨਾ, ਉਦੋਂ ਤੁਸੀਂ ਸੋਚ ਕੇ ਦੇਖਿਓ ਕਿ ਉਦੋਂ ਮਾਹੌਲ ਕਿੱਦਾਂ ਦਾ ਸੀ। ਬਰਗਾੜੀ ਦਾ ਜਿਹੜਾ ਕਾਂਡ ਹੋ ਗਿਆ, ਉਦੋਂ ਕਿੰਨੀ ਸੰਗਤ ਬਾਹਰ ਨਿਕਲ ਕੇ ਆਈ, ਸ਼ਹੀਦੀਆਂ ਵੀ ਹੋਈਆਂ। ਅਜੇ ਤੱਕ ਅਸੀਂ ਉਹਨਾਂ ਸ਼ਹੀਦੀਆਂ ਦਾ ਇਨਸਾਫ ਮੰਗ ਰਹੇ ਹਾਂ, ਅਜੇ ਤੱਕ ਅਸੀਂ ਆਪਣੀ ਉਸ ਜਿਹੜੀ ਉਹ ਬੇਅਦਬੀ ਹੋਈ ਸੀ ਉਹਦਾ ਇਨਸਾਫ ਮੰਗ ਰਹੇ ਹਾਂ। ਕਦੀ ਕੋਈ ਚਿੱਟੀਆਂ ਪੱਗਾਂ ਬੰਨ੍ਹ ਕੇ, ਕਦੀ ਕੋਈ ਨੀਲੀਆਂ ਪੱਗਾਂ ਬੰਨ੍ਹ ਕੇ, ਕਦੀ ਕੋਈ ਪੱਗ ਸਿਰ 'ਤੇ ਹੁੰਦੀ ਉਹ ਨਹੀਂ ਹੈ ਨਾ, ਉਹ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਸਾਡੇ ਵਿੱਚ ਆਉਂਦੇ ਨੇ। ਪੋਲੀਟੀਸ਼ੀਅਨਸ ਸਾਨੂੰ ਉਹਨਾਂ ਹੀ ਉਸੇ ਬਰਗਾੜੀ ਦੇ ਉੱਤੇ ਉਲਝਾਉਂਦੇ ਨੇ ਔਰ ਫਿਰ ਸਾਡੀਆਂ ਹੀ ਵੋਟਾਂ ਦੇ ਨਾਲ ਖੇਡਦੇ ਨੇ, ਔਰ ਭੋਲੇ ਭਾਲੇ ਸਿੱਖ ਜਿਹੜੇ ਆ ਉਹ ਪਿੱਛੇ ਲੱਗ ਜਾਂਦੇ ਆ, ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਜਾਂਦੇ ਕਿ ਸ਼ਾਇਦ ਸਾਨੂੰ ਇਹ ਇਨਸਾਫ ਦੇਣਗੇ। ਪਰ ਉਹ ਜ਼ਰਾ ਸੋਚ ਕੇ ਦੇਖੋ ਕਿ ਜਦੋਂ ਪਹਿਲੀ ਵਾਰ ਇਹ ਬਰਗਾੜੀ ਦਾ ਕਾਂਡ ਜਦੋਂ ਇੰਨਾ ਖੁੱਲ੍ਹ ਕੇ ਸਾਹਮਣੇ ਆਇਆ, ਬੇਅਦਬੀਆਂ ਤਾਂ ਉਸ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਹੈ ਨਾ, 1984 ਵਿੱਚ ਵੀ ਹੋਈਆਂ ਨੇ, ਪਰ ਜਿਹੜਾ ਸਾਡੇ ਦੇਖਣ ਦੇ ਵਿੱਚ, ਸਾਡੀ ਜਨਰੇਸ਼ਨ ਦੀ ਦੇਖਣ ਦੇ ਵਿੱਚ ਜਦੋਂ ਆਇਆ ਤਾਂ ਅਸਾਂ ਕੀ ਦੇਖਿਆ ਕਿ ਬਰਗਾੜੀ ਦੇ ਵਿੱਚ ਉਹ ਬੇਅਦਬੀ ਹੁੰਦੀ ਆ, ਮੁੰਡੇ, ਨੌਜਵਾਨ, ਕੁੜੀਆਂ, ਬਜ਼ੁਰਗ ਸਾਰੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਉਂਦੇ ਆ ਔਰ ਬਕਾਇਦਾ ਧਰਨੇ ਦੇ ਵਿੱਚ ਜਾਂਦੇ ਆ। ਉਸ ਤੋਂ ਬਾਅਦ ਔਰ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਰੋਹ ਵਾਲੀ ਗੱਲ ਖੜੀ ਹੋ ਜਾਂਦੀ ਹੈ। ਹਰ ਇੱਕ ਜਿਹੜਾ ਸਿੱਖ ਦਾ ਜਿਹੜਾ ਦਿਲ ਹੈ ਉਹ ਇਸ ਨਾਲ ਮਨ ਵੀ ਵਲੂੰਦਰਿਆ ਜਾਂਦਾ, ਉਹ ਇਸ ਬਾਰੇ ਗੁੱਸਾ ਵੀ ਉਹਦੇ ਅੰਦਰ ਆਉਂਦਾ। ਪਰ ਹੌਲੀ ਹੌਲੀ ਉਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਤਕਰੀਬਨ 400-500 ਬੇਅਦਬੀਆਂ ਕਰਾ ਕੇ ਅੱਜ ਮਾਹੌਲ ਐਸਾ ਸਿਰਜ ਦਿੱਤਾ ਕਿ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਮੈਂ ਨਿੱਜੀ ਤੌਰ 'ਤੇ ਵੀ ਜਾਣਦੀ ਹਾਂ, ਉਹਨਾਂ ਨਾਲ ਜਦੋਂ ਗੱਲ ਕਰੀਦੀ ਹੈ ਤਾਂ ਉਹ ਕਹਿੰਦੇ ਕਿ ਇਹ ਤਾਂ ਹੁਣ ਰੋਜ਼ ਦਾ ਹੀ ਕੰਮ ਹੋ ਗਿਆ। ਉਹਨਾਂ ਨੇ ਆਪ ਦੇ ਦਿਲ ਦੇ ਵਿੱਚ ਇਹ ਗੱਲ ਪਾ ਦਿੱਤੀ ਕਿ ਬੇਅਦਬੀ ਹੋਣਾ ਨੋਰਮਲ ਗੱਲ ਹੋ ਗਈ। ਕੁਝ ਕੁ ਸਮਾਂ ਜੇ ਇਹ ਬਕਾਇਦਾ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਇਸ ਗੱਲ ਨੂੰ ਇੰਨਾ ਨੋਰਮਲ ਕਰ ਦੇਣਗੇ ਕਿ ਤੁਹਾਡੇ ਸਾਹਮਣੇ ਗੁਰੂ ਦੀ ਬੇਅਦਬੀ ਹੋਊਗੀ ਔਰ ਤੁਸੀਂ ਕਹੋਗੇ ਕਿ ਇਹ ਤਾਂ ਹੁੰਦਾ ਰਹਿੰਦਾ। ਕਿਉਂਕਿ ਸਾਡਾ ਜਿਹੜਾ ਮਨ ਹੈ, ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਨੇ, ਕਿ ਉਹ ਹਮੇਸ਼ਾ ਕੋਈ ਨਾ ਕੋਈ ਐਕਸਕਿਊਜ਼ ਕੱਢ ਲੈਂਦਾ ਹੈ ਨਾ। ਕੁਝ ਲੋਕ ਜਿਹੜੇ ਲੜਨਾ, ਜਿਹੜੇ ਥੱਕ ਜਾਂਦੇ ਆ, ਛੇਤੀ ਹਾਰ ਜਾਂਦੇ ਆ, ਉਹਨਾਂ ਨੂੰ ਲੱਗਦਾ ਕਿ ਹੁਣ ਇਹਦੇ ਵਾਸਤੇ ਐਕਸਕਿਊਜ਼ ਘੜਿਆ ਜਾਵੇ। ਫਿਰ ਉਹ ਇੱਕ ਟੁੱਟਾ ਜਿਹਾ ਐਕਸਕਿਊਜ਼ ਲੈ ਕੇ ਆਉਂਦੇ ਆ ਕਿ ਗਿਆਨ ਦਾ ਵੀ ਕਦੀ ਨਿਰਾਦਰ ਹੋਇਆ, ਗਿਆਨ ਦੀ ਵੀ ਕਦੀ ਬੇਅਦਬੀ ਹੋਈ ਹੈ। ਇਹ ਗੱਲ ਮੈਂ ਪਹਿਲਾਂ ਵੀ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲਾ ਇਸ ਦੁਨੀਆ 'ਤੇ ਪੈਦਾ ਨਹੀਂ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਨਹੀਂ ਹੋ ਸਕਦੀ। ਉਹ ਜੋ ਬੇਅਦਬੀ ਹੋ ਰਹੀ ਹੈ ਨਾ, ਉਹ ਤੁਹਾਡੀ, ਮੇਰੀ, ਸਾਡੀ ਕੌਮ ਦੀ ਨਲਾਇਕੀਅਤ ਦਾ ਪ੍ਰਗਟਾਵਾ ਹੋ ਰਿਹਾ ਹੈ। ਉਹ ਸਾਡੀ ਨਲਾਇਕੀਅਤ ਸਾਹਮਣੇ ਆ ਰਹੀ ਹੈ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਲਾਇਕੀਅਤ ਸਾਹਮਣੇ ਆ ਰਹੀ ਹੈ। ਅਸੀਂ ਆਪਣਾ ਬੌਧਿਕ ਦੀਵਾਲੀਏ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਫਿਜ਼ੀਕਲੀ ਔਰ ਮੈਂਟਲੀ ਆਪਣੇ ਗੁਰੂ ਤੋਂ ਟੁੱਟੇ ਆ ਨਾ, ਉਹ ਅਸੀਂ ਨੰਗੇ ਹੋ ਰਹੇ ਹਾਂ। ਬਸ ਇੰਨੀ ਕੀ ਗੱਲ ਹੈ। ਜਿਹੜੀਆਂ ਇਹ ਬੇਅਦਬੀਆਂ ਨੇ, ਮੈਂ ਫਿਰ ਉਸੇ ਗੱਲ 'ਤੇ ਆਉਂਦੀ ਹਾਂ, ਉਹ ਇਸ ਤਰੀਕੇ ਨਾਲ ਤੁਹਾਡੇ ਉੱਤੇ ਸੱਟ ਮਾਰੀ ਜਾ ਰਹੀ ਹੈ ਕਿ ਕਿਸੇ ਸਮੇਂ ਦੇ ਉੱਤੇ ਆ ਕੇ ਉਹ ਬਕਾਇਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲਈ ਸਾਡੀ ਜਾਨ ਨੇ, ਸਾਡੇ ਲਈ, ਮੇਰੇ ਲਈ ਤਾਂ ਮੇਰਾ ਸਭ ਕੁਝ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ ਉੱਥੇ ਮੈਂ ਉਹਨਾਂ ਦੇ ਸਾਹਮਣੇ ਉਸ ਤੋਂ ਵੱਧ ਮੇਰੇ ਲਈ ਹੋਰ ਕੁਛ ਮਾਇਨੇ ਨਹੀਂ ਰੱਖਦਾ।
ਜਦੋਂ ਇਹ ਬਾਰ-ਬਾਰ ਬੇਅਦਬੀਆਂ ਦਾ ਜਿਹੜਾ ਦੌਰ ਹੈ, ਇਸ ਨੂੰ ਜਰਾ ਆਪਾਂ ਸਮਝ ਕੇ ਦੇਖੀਏ ਕਿ ਇੱਕ ਸਮਾਂ ਐਸਾ ਆਊਗਾ ਜਦੋਂ ਇਹ ਲੋਕ ਕਹਿਣਾ ਸ਼ੁਰੂ ਕਰਨਗੇ ਕਿ ਇਹ ਸਵਾਲ ਚੁੱਕਦੇ ਵੀ ਨੇ ਕਿ ਇਹ ਤੁਹਾਡੇ ਗੁਰੂ ਦੀ ਅਸੀਂ ਬੇਅਦਬੀ ਕੀਤੀ ਹੈ, ਗੁਰੂ ਦੀ ਬੇਅਦਬੀ ਹੋ ਨਹੀਂ ਸਕਦੀ, ਫਿਰ ਤੁਹਾਡੇ ਗੁਰੂ ਦੀ ਬੇਅਦਬੀ ਕਿੱਦਾਂ ਹੋ ਰਹੀ ਹੈ। ਇਹ ਸਾਰੀਆਂ ਗੱਲਾਂ ਆਉਂਦੀਆਂ ਇੱਕ ਸਮਾਂ ਐਸਾ ਆ ਜਾਊਗਾ ਜਦੋਂ ਇਹ ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਗੁਰਗੱਦੀ ਹੈ, ਜੋ ਗੁਰਤਾ ਹੈ ਉਹਨਾਂ ਦੀ, ਗੁਰੂ ਪਦਵੀ ਨੂੰ ਚੈਲੰਜ ਕਰਦੇ ਇਹ ਤੁਹਾਡੇ ਹੀ ਮਨਾਂ ਦੇ ਵਿੱਚ ਇਹ ਪਾ ਦੇਣਗੇ ਕਿ ਗੁਰੂ ਹੈ ਨਹੀਂ। ਸੋ ਇਹ ਜਿਹੜੀ ਸੂਖਸ਼ਮ ਚਾਲਾਂ ਨੇ ਨਾ, ਇਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਇਹਨਾਂ ਨੂੰ ਸਾਨੂੰ ਸਵਾਲਾਂ ਦੇ ਪੱਧਰ ਦੇ ਉੱਤੇ ਰੱਖਣ ਦੀ ਲੋੜ ਹੈ, ਨਾ ਕਿ ਆਪਸ ਦੇ ਵਿੱਚ ਲੜਨ ਦੀ। ਤੁਸੀਂ ਮੇਰੇ ਨਾਲ ਲੜ ਲਓ, ਮੇਰੇ ਨਾਲ ਬਹਿਸ ਕਰ ਲਓ, ਮੈਂ ਤੁਹਾਡੇ ਨਾਲ ਕਰ ਲਿਆ, ਉਹਦੇ ਨਾਲ ਕੁਛ ਨਹੀਂ ਨਿਕਲਣਾ। ਅਸੀਂ ਇਹ ਦੇਖੀਏ ਕਿ ਇਹਨਾਂ ਬੇਅਦਬੀਆਂ ਦੇ ਪਿੱਛੇ ਕਾਰਨ ਕੀ ਹੋ ਸਕਦਾ। ਕੀ ਕਾਰਨ ਹੈ? ਸਿਰਫ ਕਿਸੇ ਦਾ ਨਫ਼ਰਤ ਕਾਰਨ ਹੋਊਗੀ ਨਾ। ਐਡਾ ਮੂਰਖ ਜਿਹੜਾ ਸਾਡਾ ਦੁਸ਼ਮਣ ਆ ਉਹ ਹੈ ਨਹੀਂ। ਇਹ ਅਸੀਂ ਮੂਰਖ ਹਾਂ ਜਿਹੜੇ ਇੱਕ ਦੂਜੇ ਨਾਲ ਹੀ ਕਿੜ ਕੱਢੀ ਜਾਂਦੇ ਹਾਂ। ਮੈਨੂੰ ਇਹ ਡੇਰਾ ਨਹੀਂ ਪਸੰਦ, ਮੈਂ ਉਹਦੇ ਖਿਲਾਫ ਬੋਲ ਰਹੀ ਹਾਂ। ਇਹ ਡੇਰੇ ਨੂੰ ਮੈਂ ਨਹੀਂ ਪਸੰਦ, ਉਹ ਮੇਰੇ ਖਿਲਾਫ ਬੋਲ ਰਿਹਾ। ਇੱਦਾਂ ਨਹੀਂ ਹੁੰਦਾ। ਜੇ ਆਪਾਂ ਇਸ ਤਰੀਕੇ ਨਾਲ ਪਾਟੋ ਧਾੜ ਦੇ ਵਿੱਚ ਰਹਾਂਗੇ ਨਾ, ਸਿਰਫ ਆਪਣੇ ਆਪ ਨੂੰ ਸਿਆਣਾ ਸਮਝਾਉਣ ਦੇ ਚੱਕਰ ਦੇ ਵਿੱਚ ਰਹਾਂਗੇ ਤਾਂ ਸਾਰੇ ਰੁਲ ਜਾਵਾਂਗੇ। ਸੰਗਤ ਜੀ, ਹੱਥ ਬੰਨ੍ਹ ਕੇ ਬੇਨਤੀ ਹੈ, ਇਕੱਠੇ ਹੋਈਏ, ਸਿਰ ਜੋੜ ਕੇ ਇੱਕ ਦੂਜੇ ਕੋਲੋਂ ਸਮਝੀਏ। ਕਿਸੇ ਕੋਲ ਕਿਸੇ ਤਰ੍ਹਾਂ ਦੀ ਮਹਾਰਤ ਹੋਊਗੀ, ਕਿਸੇ ਕੋਲ ਕਿਸੇ ਤਰ੍ਹਾਂ ਦੀ ਮਹਾਰਤ ਹੋਊਗੀ। ਕੋਈ ਮਨੋਵਿਗਿਆਨ ਨੂੰ ਸਮਝਦਾ ਹੋਊਗਾ, ਕੋਈ ਗਿਆਨ ਨੂੰ ਸਮਝਦਾ ਹੋਊਗਾ, ਕੋਈ ਗੁਰਬਾਣੀ ਨੂੰ ਸਮਝਦਾ ਹੋਊਗਾ, ਕੋਈ ਜਿੱਦਾਂ ਸਾਡੇ ਨਿਹੰਗ ਸਿੰਘ ਨੇ ਉਹ ਮਿਲਟਰੀ ਨੂੰ ਸਮਝਦੇ ਹੋਣਗੇ। ਹਰ ਤਰੀਕੇ ਨਾਲ ਜਿਹੜੇ ਸਾਡੇ ਗੁਰੂ ਨੇ ਸਾਨੂੰ ਬੜੇ ਵਧੀਆ ਢਾਂਚੇ ਦੇ ਵਿੱਚ ਢਾਲਿਆ ਹੈ ਨਾ, ਉਸ ਢਾਂਚੇ ਨੂੰ ਮੁੜ ਸੁਰਜੀਤ ਕਰੀਏ। ਇੱਕ ਦੂਜੇ ਨੂੰ ਪੁੱਛੀਏ ਕਿ ਗਲਤੀ ਕਿੱਥੇ ਹੋ ਰਹੀ ਹੈ, ਪੰਥ ਰੁਲ ਕਿਉਂ ਰਿਹਾ ਹੈ। ਜੇ ਪੰਥ ਰੁਲ ਰਿਹਾ ਹੈ ਤਾਂ ਗ੍ਰੰਥ ਰੁਲ ਰਿਹਾ, ਜੇ ਗ੍ਰੰਥ ਰੁਲ ਰਿਹਾ ਤੇ ਪੰਥ ਰੁਲ ਰਿਹਾ, ਕਿਉਂਕਿ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੋਨਾਂ ਕੋਲ ਨੇ। ਤਾਂ ਆਪਾਂ ਇੱਕ ਦੂਜੇ ਨੂੰ ਸਵਾਲ ਕਰਨੇ ਸ਼ੁਰੂ ਕਰੀਏ। ਇਹ ਪਲੇਟਫਾਰਮ ਹੀ ਇਸ ਲਈ ਖੜਾ ਕੀਤਾ ਗਿਆ ਸੀ ਕਿ ਸਵਾਲ ਹੋਣ, ਸਵਾਲ ਪੁੱਛੇ ਜਾਣ। ਤੁਸੀਂ ਸਵਾਲ ਕਰੋ, ਉਹ ਸਵਾਲ ਮੇਰੇ ਜ਼ਰੀਏ, ਮੇਰੇ ਮਾਧਿਅਮ ਦੇ ਥਰੂ, ਇਸ ਪ੍ਰੋਗਰਾਮ ਦੇ ਮਾਧਿਅਮ ਦੇ ਥਰੂ ਸੰਗਤ ਦੀ ਕਚਹਿਰੀ ਵਿੱਚ ਜਾਵੇ, ਸੰਗਤ ਦੇ ਵਿੱਚੋਂ ਲੋਕ ਆਉਣ। ਜਿਹੜੇ ਲੋਕਾਂ ਦੇ ਨਾਲ ਆਪਾਂ ਸਹਿਮਤ ਨਹੀਂ ਵੀ ਹਾਂ, ਅਸੀਂ ਉਹਨਾਂ ਦੀ ਵੀ ਸਤਿਕਾਰ ਕਰਨਾ ਸ਼ੁਰੂ ਕਰੀਏ। ਦੇਖੀਏ ਤਾਂ ਸਹੀ ਕਿ ਉਹ ਸਤਿਕਾਰ ਕਿੱਥੋਂ ਤੱਕ ਜਾਂਦਾ। ਉਹ ਅਗਰ ਮੰਨ ਲਓ ਕਿ ਉਹ ਪਲਾਂਟਡ, ਸਾਡੇ 'ਚ ਇੱਕ ਪ੍ਰੋਬਲਮ ਆ ਗਈ ਆ, ਅਸੀਂ ਹਰ ਬੰਦੇ ਨੂੰ ਹੀ ਨਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਵੀ ਵਿਕਿਆ, ਇਹ ਵੀ ਵਿਕਿਆ, ਇਹ ਵੀ ਵਿਕਿਆ। ਸੋਚ ਕੇ ਦੇਖਿਓ ਜੇ ਐਂਡ ਦੇ ਉੱਤੇ ਬਚੂਗਾ ਕਿਹੜਾ? ਜਿਹੜੇ ਮੇਰੇ ਖਿਲਾਫ ਨੇ ਉਹ ਕਹਿੰਦੇ ਨੇ ਇਹ ਵਿਕੀ, ਜਿਨ੍ਹਾਂ ਦੇ ਖਿਲਾਫ ਮੈਂ ਉਹਨਾਂ ਨੂੰ ਕਹਿੰਦੀ ਇਹ ਵੀ ਵਿਕ ਗਏ। ਹੁਣ ਜਦੋਂ ਸਾਰੇ ਹੀ ਵਿਕ ਗਏ ਤਾਂ ਬਚਿਆ ਕਿਹੜਾ? ਮੈਂ ਜਦੋਂ ਕਿਸੇ ਨਾਲ ਗੱਲ ਕਰਦੀ ਹਾਂ ਕਿ ਮੈਂ ਉਹ ਫਲਾਣੇ ਭਾਈ ਸਾਹਿਬ ਨੇ, ਮੈਂ ਉਹਨਾਂ ਨੂੰ ਸੁਣਿਆ, ਉਹਨਾਂ ਦੀ ਆਹ ਗੱਲ ਮੈਨੂੰ ਠੀਕ ਲੱਗੀ, ਉਹ ਅਗਲੇ ਕਹਿੰਦੇ ਨਹੀਂ ਉਹ ਤਾਂ ਵਿਕਿਆ ਬੰਦਾ, ਉਹ ਤਾਂ RSS ਦਾ ਬੰਦਾ। ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਮੰਨ ਲਓ ਕਿਸੇ ਨਾਲ ਵੀ, ਉਹਨਾਂ ਨੂੰ ਮੈਂ ਕਹਿੰਦੀ ਕਿ ਫਲਾਣੇ ਭਾਈ ਸਾਹਿਬ ਨੇ, ਉਹਨਾਂ ਦੀ ਗੱਲ ਬਹੁਤ ਸੋਹਣੀ, ਇਹ ਤਾਂ ਵਿਕਿਆ ਬੰਦਾ। ਕੋਈ ਕਿਸੇ ਨੂੰ ਭਾਟੜਾ ਦੱਸਦਾ, ਕੋਈ ਕਿਸੇ ਨੂੰ ਮੰਗ ਖਾਣਾ ਦੱਸਦਾ, ਕੋਈ ਕਿਸੇ ਨੂੰ ਧੂਤੇ ਦੱਸਦਾ, ਕੋਈ ਕਿਸੇ ਨੂੰ ਕੁਛ ਦੱਸਦਾ, ਕੋਈ ਕਿਸੇ ਨੂੰ ਪਤਾ ਨਹੀਂ ਕਿਹੜੇ ਅੱਖਰਾਂ ਦੇ ਨਾਲ ਅਸੀਂ ਆਪ ਹੀ ਪਾਟੇ ਹੋਏ ਹਾਂ। ਇੱਕ ਵਾਰੀ ਇਕੱਠੇ ਹੋ ਕੇ ਸਾਰਿਆਂ ਨਾਲ ਇੱਕ ਕਰਕੇ ਕਿ ਚਲੋ ਠੀਕ ਆ, ਤੁਹਾਡੇ ਆਪਣੇ ਵੱਖਰੇਵੇਂ ਹੋਣਗੇ, ਸਾਡੇ ਆਪਣੇ ਵੱਖਰੇਵੇਂ ਹੋਣਗੇ, ਇੱਕ ਟੇਬਲ 'ਤੇ ਬੈਠੀਏ, ਇੱਕ ਟੇਬਲ 'ਤੇ ਬੈਠ ਕੇ ਗੱਲ ਤਾਂ ਕਰੀਏ, ਪੰਥ ਇਕੱਠਾ ਤਾਂ ਹੋਵੇ, ਉਸ ਤੋਂ ਬਾਅਦ ਦੀਆਂ ਬਾਅਦ 'ਚ ਵੇਖੀਆਂ ਜਾਣਗੀਆਂ, ਨਿਬੇੜ ਲਵਾਂਗੇ। ਪਰ ਅਸੀਂ ਇੱਦਾਂ ਕਰਦੇ ਨਹੀਂ। ਖੈਰ, ਸਵਾਲਾਂ 'ਤੇ ਹੀ ਆਉਣੀ ਕਿਉਂਕਿ ਮੇਰੇ ਕੋਲ ਸਮਾਂ ਘੱਟ ਰਹਿ ਜਾਣਾ ਫਿਰ। ਸੋ ਉਹ ਜਿਹੜਾ ਸਵਾਲ ਜਿਹੜਾ ਕੀਤਾ ਗਿਆ ਸੀ ਕਿ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਦਾ ਸਿਰ ਕਲਮ ਕਰਨਾ ਜਾਇਜ਼ ਹੈ ਤਾਂ ਜਿਨ੍ਹਾਂ ਨੇ ਸਾਡੀਆਂ ਖੋਪੜੀਆਂ ਲਾਈਆਂ ਉਹ ਜਿਹੜਾ ਕ੍ਰਿਤ ਸੀ, ਉਹ ਕਰਮ ਸੀ, ਉਹ ਨਾਜਾਇਜ਼ ਜਾਂ ਉਹ ਗਲਤ ਕਿੱਦਾਂ ਹੋਇਆ? ਉਹਦਾ ਜਵਾਬ ਮੈਂ ਦੇ ਚੁੱਕੀ ਹਾਂ ਕਿ ਦੋ ਅਲੱਗ-ਅਲੱਗ ਚੀਜ਼ਾਂ ਨੇ। ਤੁਸੀਂ ਹਿਟਲਰ ਜਿਹੜਾ ਹੈ ਉਹ ਬਕਾਇਦਾ ਨਿਹੱਥੇ ਲੋਕਾਂ ਨੂੰ, ਯਹੂਦੀਆਂ ਨੂੰ ਜਦੋਂ ਉਹ ਅੰਦਰ ਬੰਦ ਕਰ ਰਿਹਾ ਔਰ ਗੈਸ ਚੈਂਬਰ ਦੇ ਵਿੱਚ ਉਹਨਾਂ ਨੂੰ ਚੋਕ ਕਰ ਰਿਹਾ, ਤੁਸੀਂ ਉਸ ਨੂੰ ਅਗਰ ਗਲਤ ਨੂੰ ਉਸ ਨੂੰ ਸਹੀ ਠਹਿਰਾਉਣ ਦੇ ਲਈ ਕਿਸੇ ਐਸੀ ਜਗ੍ਹਾ ਦੇ ਉੱਤੇ ਜਿੱਥੇ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਆਪਣਾ, ਹੁਣ ਪੈਟਰਿਸ ਚਾਲਮੂਬਾ ਹੈ ਜਿਨ੍ਹਾਂ ਨੇ ਆਪਣੇ ਹੱਕਾਂ ਦੇ ਲਈ ਹਥਿਆਰ ਚੁੱਕੇ, ਜੇ ਤੁਸੀਂ ਉਹਨਾਂ ਦੇ ਨਾਲ ਉਸ ਨੂੰ ਮਿਲਾਉਣਾ ਸ਼ੁਰੂ ਕਰ ਦਿਓਗੇ ਤਾਂ ਇਹ ਤੁਹਾਡੀ ਬੁੱਧੀ ਦਾ ਬੌਧਿਕ ਦਿਵਾਲੀਆਪਨ ਹੈ। ਔਰ ਮਾਫ਼ ਕਰਨਾ, ਜੇ ਤੁਸੀਂ ਕਿਸੇ ਚੰਗੇ ਡਾਕਟਰ ਕੋਲੋਂ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ, ਇਹੀ ਕਹਿ ਸਕਦੀ ਹਾਂ। ਅਗਲੇ ਆਪਾਂ ਹੁਣ ਸਵਾਲ 'ਤੇ ਆਉਂਦੇ ਹਾਂ। ਸਵਾਲ ਕੀਤਾ ਜੀ ਗੁਰਪੀਰ ਸਿੰਘ ਹੋਣਾ ਨੇ।
ਪਹਿਲਾਂ ਤਾਂ ਉਹਨਾਂ ਕੋਲੋਂ ਮੈਂ ਮਾफ़ੀ ਚਾਹੂੰਗੀ ਕਿਉਂਕਿ ਇਹ ਸਵਾਲ ਬਹੁਤ ਪਹਿਲਾਂ ਮੈਨੂੰ ਲੈ ਲੈਣਾ ਚਾਹੀਦਾ ਸੀਗਾ, ਪਰ ਸਮਾਂ ਲੱਗ ਗਿਆ ਕਿਉਂਕਿ ਕੁਝ ਸਮੇਂ ਵਿਚਕਾਰ ਮੈਂ ਥੋੜ੍ਹੀ ਬਿਜ਼ੀ ਵੀ ਰਹੀ ਅਤੇ ਪ੍ਰੋਗਰਾਮ ਮੈਂ ਰੈਗੂਲਰ ਨਹੀਂ ਕਰ ਸਕੀ। ਗੁਰਪ੍ਰੀਤ ਸਿੰਘ ਹੋਣਾ ਦਾ ਕੁਐਸਚਨ ਹੈ, ਵਾਟ ਇਜ਼ ਦ ਇੰਪੋਰਟੈਂਸ ਆਫ ਡੀਪ ਬਰੀਦਿੰਗ ਇਨ ਰਿਸਾਈਟਿੰਗ ਗੁਰਬਾਣੀ ਪਾਠ। ਸਵਾਲ ਬਹੁਤ ਸੋਹਣਾ ਹੈ ਕਿ ਡੀਪ ਬਰੀਦਿੰਗ ਜਿਹੜੀ ਹੈਗੀ ਆ ਉਹਦਾ ਮਹੱਤਵ ਕੀ ਹੈ ਗੁਰਬਾਣੀ ਦੇ ਵਿੱਚ, ਗੁਰਬਾਣੀ ਪਾਠ ਕਰਨ ਲੱਗਿਆ। ਹੁਣ ਜੇਕਰ ਤਾਂ ਗੁਰਪ੍ਰੀਤ ਜੀ ਆਪ ਜੀ ਦਾ ਸਵਾਲ ਜਿਹੜਾ ਹੈ ਉਹ ਗੁਰਬਾਣੀ ਉਚਾਰਨ ਦੀ ਕਿਸੇ ਖਾਸ ਵਿਧੀ ਵੱਲ ਹੈ, ਵਿਧੀ ਵੱਲ ਇਸ਼ਾਰਾ ਕਰਦਾ, ਤਾਂ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਨੂੰ ਸਮਝ ਆਉਂਦੀ ਮੈਂ ਉੱਥੋਂ ਦੀ ਉਸ ਲੈਵਲ ਤੋਂ ਬੋਲੂੰਗੀ ਕਿ ਗੁਰਬਾਣੀ ਦਾ ਜਿਹੜਾ ਸੰਬੰਧ ਹੈ ਉਹ ਸਾਡੇ ਅੰਤਰ ਮਨ ਦੇ ਨਾਲ ਹੈ। ਗੁਰਬਾਣੀ ਬਾਹਰ ਦੀ ਕਿਸੇ ਚੀਜ਼ ਦੇ ਨਾਲ ਰਿਲੇਟਡ ਜਿਹੜੀ ਹੈ ਉਹ ਐਜ਼ ਇਟ ਇਜ਼ ਨਹੀਂ, ਉਹ ਤੁਹਾਨੂੰ ਅੰਦਰੋਂ ਬਣਾਉਂਦੀ ਹੈ, ਪਹਿਲਾਂ ਤੁਹਾਨੂੰ ਅੰਦਰੋਂ ਕੰਸਟਰਕਟ ਕਰਦੀ ਹੈ, ਕਿਉਂਕਿ ਜਦੋਂ ਤੁਸੀਂ ਅੰਦਰੋਂ ਕੰਸਟਰਕਟ ਹੋ ਜਾਓਗੇ ਨਾ ਫਿਰ ਤੁਸੀਂ ਬਾਹਰਲੀ ਜਿਹੜੀ ਰਾਜਨੀਤੀ ਹੈ ਉਹਦੇ ਨਾਲ ਵੀ ਡੀਲ ਕਰਨ ਦੇ ਲਾਇਕ ਹੋ ਜਾਓਗੇ। ਇਹੀ ਕਾਰਨ ਹੈ ਕਿ ਪਹਿਲੇ ਇਹਨੂੰ ਆਪਾਂ ਇਸ ਵਰਤਾਰੇ ਨੂੰ ਸਮਝੀਏ। 10 ਗੁਰੂ ਸਾਹਿਬਾਨ, ਪਹਿਲੇ 4 ਗੁਰੂ ਜਿਹੜੇ ਨੇ ਉਹ ਸਾਨੂੰ ਬਕਾਇਦਾ 4 ਔਰ 5ਵੇਂ ਗੁਰੂ ਵੀ ਸਾਨੂੰ ਜਿਹੜੀ ਪੀਰੀ ਹੈ ਉਹਦੇ ਬਾਰੇ ਸਮਝਾਉਂਦੇ ਨੇ, ਸਾਨੂੰ ਸਾਡੇ ਅੰਤਰ ਮਨ ਨੂੰ ਖੜਾ ਕਰਦੇ ਨੇ। 5ਵੇਂ ਗੁਰੂ ਬਕਾਇਦਾ ਸ਼ਹੀਦ ਹੋਣ ਦਾ, ਇਹ ਗੱਲ ਮੈਂ ਪਹਿਲਾਂ ਵੀ ਕਰ ਚੁੱਕੀ ਕਿ ਸ਼ਹੀਦ ਹੋਣ ਦਾ ਗੁਰ ਆਪਣੇ ਸਿੱਖਾਂ ਨੂੰ ਪ੍ਰੈਕਟੀਕਲੀ ਕਰਕੇ ਸਮਝਾਉਂਦੇ ਨੇ ਕਿ ਇੱਦਾਂ ਸ਼ਹੀਦ ਵੀ ਹੋਣਾ ਪਊਗਾ, ਸੱਚ ਦੇ ਮਾਰਗ 'ਤੇ ਚੱਲਦਿਆਂ ਇਵੇਂ ਸ਼ਹੀਦ ਵੀ ਹੋਣਾ ਪਊਗਾ ਔਰ ਇਸ ਤਰੀਕੇ ਨਾਲ ਅਡੋਲ ਹੋ ਕੇ ਸ਼ਹੀਦੀ ਪਾਉਣੀ ਜ਼ਰੂਰੀ ਹੈ। ਇਹ 5ਵੇਂ ਪਾਤਸ਼ਾਹ। ਹੁਣ ਉਸ ਤੋਂ ਬਾਅਦ ਪੀਰੀ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਪਰ ਮੀਰੀ ਮੀਰੀ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਪਰ ਪੀਰੀ ਨਾਲ ਚੱਲਦੀ ਹੈ, ਕਿਉਂਕਿ ਅੰਦਰੋਂ ਤੁਸੀਂ ਕੰਸਟਰਕਟ ਹੋ ਗਏ, ਜਦੋਂ ਅੰਦਰੋਂ ਇੰਨੇ ਸਟਰੋਂਗ ਹੋ ਗਏ ਉਸ ਸਮੇਂ ਦੇ ਉੱਤੇ ਤੁਸੀਂ ਜਾ ਕੇ ਕਿਸੇ ਦੇ ਹੱਕਾਂ ਦੇ ਲਈ, ਆਪਣੇ ਹੱਕਾਂ ਦੇ ਲਈ ਲੜ ਸਕਦੇ ਆ। ਸੋ ਇਹ ਜਿਹੜੀ ਗੁਰਬਾਣੀ ਦਾ ਜਿਹੜਾ ਇੱਕ ਸਾਨੂੰ ਸ਼ਬਦ ਗੁਰੂ ਦੇ ਲੜ ਲਾਉਣ ਵਾਲੀ ਜਿਹੜੀ ਗੱਲ ਹੈ ਉਹ ਆਪਣੇ ਆਪ ਦੇ ਵਿੱਚ ਹੀ ਬੜੀ ਸੰਕੇਤਕ ਹੈ ਔਰ ਬੜਾ ਕੁਛ ਸਾਨੂੰ ਬਿਆਨ ਕਰਦੀ ਹੈ। ਇੱਕ ਤਾਂ ਇਹ ਕਿ ਗੁਰੂ ਮਹਾਰਾਜ ਨੇ ਕਿਸੇ ਤਰ੍ਹਾਂ ਦੀ ਵੀ ਵਿਚੋਲਗੀ ਖਤਮ ਕੀਤੀ ਹੈ। ਇਸ ਲਈ ਮੈਂ ਇਹ ਕਿਹਾ ਕਿ ਅਗਰ ਤਾਂ ਆਪ ਜੀ ਦਾ ਸਵਾਲ ਇਹ ਹੈ ਕਿ ਗੁਰਬਾਣੀ ਨੂੰ ਕਿਸੇ ਇੱਕ ਪਰਟੀਕੂਲਰ ਵਿਧੀ ਦੇ ਅਕੋਰਡਿੰਗ ਪੜ੍ਹਨਾ ਚਾਹੀਦਾ ਹੈ ਤਾਂ ਉਹਦੇ ਵਾਸਤੇ ਜਿੰਨਾ ਕੁ ਮੈਨੂੰ ਸਮਝ ਆਉਂਦੀ ਹੈ ਮੇਰਾ ਜਵਾਬ ਹੈ ਨਹੀਂ, ਕਿਉਂਕਿ ਗੁਰਬਾਣੀ ਇੰਨੀ ਸਹਿਜ ਹੈ ਕਿ ਉਹ ਅਗਰ ਕੋਈ ਐਸਾ ਗੁਰਸਿੱਖ ਹੈ ਜਿਹੜਾ ਉਸ ਵਿਧੀ ਤੱਕ ਨਹੀਂ ਪਹੁੰਚ ਸਕਦਾ ਤਾਂ ਫਿਰ ਤਾਂ ਉਹ ਗੁਰਬਾਣੀ ਉਹਦੇ ਹੱਥ 'ਚ ਰਹੀ ਨਾ, ਹੈ ਨਾ। ਔਰ ਅਗਰ ਐਸੀ ਕੋਈ ਵਿਧੀ ਹੁੰਦੀ ਤਾਂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕਰ ਜਾਣੀ ਸੀ ਕਿ ਇਹ ਵਿਧੀ ਹੈ ਬਈ ਤੁਸੀਂ ਵਾਹਿਗੁਰੂ ਨੂੰ ਇਸੇ ਵਿਧੀ ਨਾਲ ਹੀ ਬੋਲਣਾ ਹੈ। ਤਾਂ ਇਸ ਕਰਕੇ ਜਿੰਨਾ ਕੁ ਮੇਰੇ ਨੌਲੇਜ ਵਿੱਚ ਆਉਂਦੀ ਹੈ, ਮੇਰੇ ਸਮਝ ਵਿੱਚ ਆਉਂਦੀ ਹੈ ਕਿ ਗੁਰੂ ਪਾਤਸ਼ਾਹ ਨੂੰ ਯਾਦ ਕਰਨ ਦੇ ਵਾਸਤੇ ਤੁਸੀਂ ਕੌਨਸ਼ੀਅਸ ਹੋਣੇ ਚਾਹੀਦੇ ਆ, ਪ੍ਰੈਜ਼ੈਂਟ ਹੋਣੇ ਚਾਹੀਦੇ ਆ। ਹੁਣ ਅਗਰ ਡੀਪ ਬਰੀਦਿੰਗ ਦੀ, ਸਿੰਪਲ ਡੀਪ ਬਰੀਦਿੰਗ ਦੀ ਗੱਲ ਕੀਤੀ ਜਾਵੇ ਤਾਂ ਡੀਪ ਬਰੀਦਿੰਗ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਹੈ, ਗੁਰਬਾਣੀ ਉਚਾਰਨ ਦੇ ਲਈ ਨਹੀਂ ਪਰ ਡੀਪ ਬਰੀਦਿੰਗ ਆਪਣੇ ਆਪ ਵਿੱਚ ਬਹੁਤ ਇੰਪੋਰਟੈਂਟ ਹੈ। ਉਹ ਕਿਉਂਕਿ ਇਹ ਸਾਇੰਸ ਨੇ ਮੰਨਿਆ ਹੈ ਕਿ ਜਿਹੜੀ ਡੀਪ ਬਰੀਦਿੰਗ ਹੈ ਉਹ ਤੁਹਾਡਾ ਸਟਰੈਸ, ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਜ਼ੀਕਲੀ ਤੁਹਾਨੂੰ ਫਿੱਟ ਰੱਖਦੀ ਹੈ। ਇਹਦੇ ਨਾਲ ਇੱਕ ਗੱਲ ਹੋਰ ਵੀ ਹੈ, ਉਹ ਇਹ ਹੈ ਕਿ ਜਦੋਂ ਆਪਾਂ ਡੀਪ ਬਰੀਥ ਕਰਦੇ ਹਾਂ ਤਾਂ ਅਸੀਂ ਥੋੜ੍ਹੇ ਕੌਨਸ਼ੀਅਸਲੀ ਵੀ, ਸਾਡੀ ਕੌਨਸ਼ੀਅਸਨੈਸ ਅਰਾਈਜ਼ ਹੁੰਦੀ ਹੈ, ਅਸੀਂ ਕੌਨਸ਼ੀਅਸ ਹੁੰਦੇ ਹਾਂ, ਅਸੀਂ ਆਪਣੇ ਸਾਹ ਨੂੰ, ਕਿਉਂਕਿ ਸਾਰੇ ਦਿਨ 'ਚ ਆਪਾਂ ਪਤਾ ਨਹੀਂ ਕਿੰਨੀ ਵਾਰੀ ਸਾਹ ਲੈਂਦੇ ਹਾਂ ਪਰ ਅਸੀਂ ਕਦੀ ਵੀ ਆਪਣੇ ਸਾਹ ਨੂੰ ਦੇਖਦੇ ਨਹੀਂ, ਪਰ ਜਦੋਂ ਅਸੀਂ ਇੱਕ ਜਗ੍ਹਾ 'ਤੇ ਬੈਠ ਕੇ ਡੀਪ ਬਰੀਥ ਕਰਦੇ ਹਾਂ ਤਾਂ ਅਸੀਂ ਆਪਣੇ ਸਾਹ ਨੂੰ ਦੇਖ ਰਹੇ ਹੁੰਦੇ ਹਾਂ ਮਤਲਬ ਮਹਿਸੂਸ ਕਰ ਰਹੇ ਹੁੰਦੇ ਹਾਂ। ਸੋ ਉਹ ਜਿਹੜੀ ਮਹਿਸੂਸ ਕਰਨ ਦੀ ਗੱਲ ਹੈ ਉਹ ਸਾਡੀ ਕੌਨਸ਼ੀਅਸਨੈਸ ਦੇ ਨਾਲ ਜਾਂਦੀ ਆ। ਹੁਣ ਇਹ ਕਿੱਦਾਂ ਹੋ ਜਾਂਦਾ ਹੈ ਕਿ ਕੋਈ ਇਨਸਾਨ ਜਿਹੜਾ ਹੈਗਾ, ਜਦੋਂ ਆਪਾਂ ਕਹਿੰਦੇ ਹਾਂ, ਜਦੋਂ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਇਹਦਾ ਮਤਲਬ ਕੀ ਹੈ ਕਿ ਹਰ ਸਾਹ ਨਾਲ ਉਸ ਗੋਬਿੰਦ, ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਚੱਲਦੇ ਰਹਿਣਾ ਚਾਹੀਦਾ, ਵਾਹਿਗੁਰੂ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਮੰਥਨ ਵਾਂਗੂ ਹੈ। ਧਿਆਨ ਨਾਲ ਦੇਖਿਆ ਜਾਵੇ ਤਾਂ ਵਾਹੇ ਜਦੋਂ ਆਪਾਂ ਕਹਿੰਦੇ ਹਾਂ ਤਾਂ ਆਪਾਂ ਇਨਹੇਲ ਕਰਦੇ ਹਾਂ, ਗੁਰੂ ਆਪਾਂ ਬਾਹਰ ਨੂੰ ਐਗਜ਼ੇਲ ਕਰਦੇ ਹਾਂ। ਤੋ ਵਾਹਿਗੁਰੂ ਇਹ ਆਪਣੇ ਆਪ 'ਚ ਹੀ ਮੰਥਨ ਦੇ ਵਾਂਗੂ ਹੈ, ਜਿੱਦਾਂ ਆਪਣੇ ਮਨ ਦਾ ਮੰਥਨ ਕਰਨਾ ਹੈ ਨਾ, ਮਨ ਦੇ ਮੰਥਨ ਵਾਂਗੂ ਹੈ। ਔਰ ਇੱਕ ਸਮਾਂ ਆਊਗਾ, ਇਹਨੂੰ ਆਪਣੇ ਆਪ 'ਚ ਕਰਕੇ ਦੇਖਿਓ ਕਿ ਸਾਡੀ ਜਿਹੜੀ ਸਾਹ ਦੀ ਜਿਹੜੀ ਰਿਦਮ ਹੈ ਉਹਦੇ ਨਾਲ ਵਾਹਿਗੁਰੂ ਇਸ ਤਰੀਕੇ ਨਾਲ ਅਟੈਚ ਹੋ ਜਾਂਦਾ ਕਿ ਹਰ ਸਾਹ ਦੇ ਨਾਲ ਵਾਹਿਗੁਰੂ ਕਿਹਾ ਜਾਵੇ। ਅਦਰਵਾਈਜ਼ ਤਾਂ ਜਿਹੜਾ ਸਾਸ ਸਾਸ ਸਿਮਰੋ ਗੋਬਿੰਦ, ਹੁਣ ਜਿਹਨੇ ਸਾਰਾ ਦਿਨ ਕੰਮ ਕਰਨਾ, ਜਿਹੜਾ ਆਪਣੀ ਡਿਊਟੀ 'ਤੇ ਹੈ,
ਉਹ ਸਾਰਾ ਦਿਨ ਵਾਹਿਗੁਰੂ 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 ਮੂੰਹ ਤੋਂ ਨਹੀਂ ਕਹਿ ਸਕਦਾ। ਉਹ ਉਹਦੇ ਅੰਦਰ ਹਰ ਇੱਕ ਚੀਜ਼ ਦੇ ਵਿੱਚ ਹੀ ਉਹ ਵਾਹਿਗੁਰੂ ਨੂੰ ਦੇਖਣਾ ਸ਼ੁਰੂ ਕਰ ਦਿੰਦਾ, ਆਪਣੇ ਕੰਮ ਦੇ ਵਿੱਚ ਵੀ ਵਾਹਿਗੁਰੂ ਨੂੰ ਦੇਖਣਾ ਸ਼ੁਰੂ ਕਰ ਦਿੰਦਾ, ਆਪਣੇ ਕਲੀਗਸ ਦੇ ਵਿੱਚ ਵੀ ਉਹਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਤੂੰ ਹੀ ਤੂੰ ਹੈ, ਹੋਰ ਕੋਈ ਨਹੀਂ, ਹੋਰ ਦੂਸਰਾ ਨਹੀਂ। ਸੋ ਇਹ ਕੌਨਸ਼ੀਅਸਨੈਸ ਦੀ ਗੱਲ ਹੈ। ਵਾਪਸ ਆਉਣੀ ਹੈ ਤੁਹਾਡੇ ਸਵਾਲ ਦੇ ਉੱਤੇ ਕਿ ਡੀਪ ਬਰੀਦਿੰਗ ਗੁਰਬਾਣੀ ਲਈ, ਗੁਰਬਾਣੀ ਨੂੰ ਰਿਸਾਈਟ ਕਰਨ ਲਈ ਜ਼ਰੂਰੀ ਹੈ। ਹੋ ਸਕਦਾ ਮੈਂ ਸਹੀ ਹੋਵਾਂ, ਹੋ ਸਕਦਾ ਮੈਂ ਗਲਤ ਹੋਵਾਂ। ਜੇਕਰ ਸੰਗਤ ਦੇ ਵਿੱਚੋਂ ਕਿਸੇ ਨੂੰ ਇਹਦੇ ਬਾਰੇ ਹੋਰ ਵੀ ਕੋਈ ਨੌਲੇਜ ਹੋਵੇ ਤਾਂ ਮੇਰੇ ਨਾਲ ਜ਼ਰੂਰ ਈਮੇਲ ਕਰਕੇ ਸਾਂਝੀ ਕਰਨੀ, ਮੈਂ ਇਸ ਪਲੇਟਫਾਰਮ 'ਤੇ ਉਹਨੂੰ ਸਾਂਝੀ ਕਰੂੰਗੀ। ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਕੋਈ ਵੀ ਐਸੀ ਟੈਕਨੀਕ ਜਿਸ ਨੂੰ ਸਿੱਖਣ ਦੇ ਲਈ ਆਪ ਜੀ ਨੂੰ ਕਿਸੇ ਦੇਹਧਾਰੀ ਕੋਲ ਜਾਂ ਕਿਸੇ ਇਨਸਾਨ ਦੀ ਮਦਦ ਲੈਣੀ ਪੈ ਜਾਏ, ਉਹ ਗੁਰਬਾਣੀ ਦਾ ਮਾਰਗ ਨਹੀਂ ਹੋ ਸਕਦਾ। ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਸਹਿਜ ਹੈ। ਗੁਰਬਾਣੀ ਇੱਕ ਐਸੇ ਗਰੀਬ ਲਈ ਵੀ ਹੈ ਜਿਹੜਾ ਕੁਝ ਵੀ ਅਫੋਰਡ ਨਹੀਂ ਕਰ ਸਕਦਾ, ਔਰ ਐਸੇ ਅਮੀਰ ਲਈ ਵੀ ਉਹੀ ਗੁਰਬਾਣੀ ਹੈ ਜਿਹੜਾ ਸ਼ਾਇਦ ਕਈ ਤਰ੍ਹਾਂ ਦੇ ਮਹਿਲ ਅਫੋਰਡ ਕਰ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਲਈ ਵੀ ਉਹੀ ਗੁਰਬਾਣੀ ਹੈ, ਔਰ ਜਿਹੜੇ ਇੱਕ ਭਿਖਾਰੀ ਹੈ ਉਹਦੇ ਲਈ ਵੀ ਉਹੀ ਗੁਰਬਾਣੀ ਹੈ। ਸੋ ਗੁਰਬਾਣੀ ਦੇ ਵਿੱਚ ਜਿਹੜੀਆਂ ਟੈਕਨੀਕਸ ਨੇ ਉਹ ਓਨੀਆਂ ਕਿ ਟੈਕਨੀਕਸ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਪਾਤਸ਼ਾਹ ਨੇ ਦਰਜ ਕਰ ਦਿੱਤੀਆਂ। ਇਹ ਮੇਰੀ ਸਮਝ ਦੇ ਅਕੋਰਡਿੰਗ ਹੈ। ਸੋ ਅਗਰ ਮੈਨੂੰ ਗੁਰਬਾਣੀ ਨੂੰ ਕਿੱਦਾਂ ਰਿਸਾਈਟ ਕਰਨਾ, ਹਾਂ ਸ਼ੁੱਧ ਉਚਾਰਨ ਕੀ ਹੈ ਇਸ ਨੂੰ ਸਮਝਣ ਦੇ ਲਈ ਅਗਰ ਮੈਂ ਕਿਸੇ ਗ੍ਰੰਥੀ ਸਿੰਘ ਕੋਲ ਜਾਂਦੀ ਹਾਂ ਜਾਂ ਕਿਸੇ ਪਾਠੀ ਸਿੰਘ ਕੋਲ ਜਾਂਦੀ, ਉਹਨਾਂ ਨੂੰ ਕਹਿੰਦੀ ਕਿ ਮੈਨੂੰ ਸੰਥਿਆ ਦੇ ਦਿਓ, ਉਹ ਸਾਡੀ ਪਰੰਪਰਾ ਦਾ ਹਿੱਸਾ ਹੈ ਬਿਲਕੁਲ। ਪਰ ਹੁਣ ਗੁਰਬਾਣੀ ਦਾ ਸ਼ੁੱਧ ਉਚਾਰਨ ਤਾਂ ਉਹ ਮੈਨੂੰ ਦੱਸ ਸਕਦੇ ਨੇ, ਪਰ ਉਹਦੀ ਅਗਰ ਕੋਈ ਟੈਕਨੀਕ ਮੈਨੂੰ ਦੱਸੇ ਕਿ ਤੁਸੀਂ ਇਸ ਤਰੀਕੇ ਹੀ ਸਤਿਨਾਮ ਬੋਲੋਗੇ ਤਾਂ ਤੁਸੀਂ ਗੁਰੂ ਤੱਕ ਪਹੁੰਚ ਸਕਦੇ ਆ, ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਗੱਲ ਨੂੰ ਬਹੁਤਾ ਅਗਰੀ ਕਰੂੰਗੀ। ਸੋ ਇਹ ਨਹੀਂ ਕਿ ਇਸ ਸਵਾਲ ਦਾ ਮੈਂ ਜਿਹੜਾ ਸੰਖੇਪ ਜਿਹਾ ਉੱਤਰ ਦਊਂਗੀ। ਅਗਲੀ ਗੱਲ ਜਿਹੜੀ ਹੈ ਉਹ ਅਗਲਾ ਸਵਾਲ ਗੁਰਪੀਰ ਜੀ ਹੀ ਬੋਲਦੇ ਨੇ। ਉਹ ਕਹਿੰਦੇ ਨੇ ਕਿ ਵਾਈ ਮੋਸਟ ਆਫ ਦ ਪੀਪਲ ਆਰ ਨਾਟ ਸਬਕੌਨਸ਼ੀਅਸਲੀ ਇਨਕਲਾਈਨਡ ਟੂ ਅਕਾਲ ਪੁਰਖ ਵੈਨ ਰਿਸਾਈਟਿੰਗ ਗੁਰਬਾਣੀ। ਇਹ ਬਹੁਤ ਵਧੀਆ ਸਵਾਲ ਹੈ, ਔਰ ਸਵਾਲ ਮੇਰੇ ਵੀ ਦਿਮਾਗ 'ਚ ਬੜੀ ਵਾਰੀ ਆਉਂਦਾ ਹੁੰਦਾ ਕਿ ਅਸੀਂ ਪਰਮਾਤਮਾ ਵੱਲ, ਅਕਾਲ ਪੁਰਖ ਵੱਲ ਆਪਣੇ ਆਪ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਅਸੀਂ ਉਹਨਾਂ ਵੱਲ ਇਨਕਲਾਈਨਡ ਕਿਉਂ ਨਹੀਂ ਹੁੰਦੀ। ਥੋੜ੍ਹਾ ਜਿਹਾ ਤੁਹਾਡਾ ਸਵਾਲ ਟੈਕਨੀਕਲ ਵੀ ਹੈ, ਮੈਨੂੰ ਸ਼ਾਇਦ ਪਤਾ ਨਹੀਂ, ਤੁਸੀਂ ਮੈਨੂੰ ਦੱਸ ਦਿਓ ਈਮੇਲ ਕਰਕੇ ਕਿ ਮੈਂ ਇਸਨੂੰ ਸਹੀ ਤਰੀਕੇ ਨਾਲ ਸਮਝਿਆ ਕਿ ਨਹੀਂ ਸਮਝਿਆ। ਪਰ ਜਿਹੜਾ ਇਹਦਾ ਜਵਾਬ ਹੈ, ਕਿਉਂਕਿ ਉਹ ਇਹ ਹੈ ਮੇਰੀ ਸਮਝ ਦੇ ਮੁਤਾਬਕ, ਅਸੀਂ ਬਹੁਤਾਤ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਤਾਂ ਅਸੀਂ ਸਿਰਫ ਇੱਕ ਜਿਹੜੇ ਤੋਤਾ ਰਟਨ ਹੁੰਦਾ ਹੈ ਨਾ, ਕਿ ਸਿਰਫ ਜਾਂ ਕਿਸੇ ਨੂੰ ਦਿਖਾਉਣ ਦੇ ਲਈ ਉਹ ਉਸ ਤਰੀਕੇ ਨਾਲ ਕਰਦੇ ਹਾਂ। ਗੁਰਬਾਣੀ ਨੂੰ ਸਿਰਫ ਬੋਲਣਾ ਨਹੀਂ ਹੁੰਦਾ। ਗੁਰਬਾਣੀ ਜੋ ਮੈਨੂੰ ਸਮਝ ਆਉਂਦਾ ਕਿ ਉਸ ਦਾ ਕੱਲਾ ਕੱਲਾ ਅੱਖਰ, ਕੱਲਾ ਕੱਲਾ ਜੋ ਗੁਰਬਾਣੀ ਦਾ ਕੱਲੀ ਕੱਲੀ ਜਿਹੜੀ ਪੰਕਤੀ ਹੈ ਉਹ ਸਾਡੇ ਅੰਦਰ ਵਸਣੀ ਚਾਹੀਦੀ ਹੈ। ਉਹ ਅੰਦਰ ਕਿੱਦਾਂ ਵਸੂਗੀ? ਜਦੋਂ ਅਸੀਂ ਕੌਨਸ਼ੀਅਸ ਹੋ ਕੇ ਗੁਰਬਾਣੀ ਨੂੰ ਪੜ੍ਹਾਂਗੇ। ਔਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਨਾ, ਤਾਂ ਯਕੀਨ ਮੰਨਿਓ ਜੇ ਜਦੋਂ ਅਸੀਂ ਕੌਨਸ਼ੀਅਸ ਹੋ ਕੇ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਬਹੁਤ ਵਾਰ ਜਿਹੜਾ ਸਾਡਾ ਮਨ ਹੈ ਉਹ ਸਾਨੂੰ ਭਟਕਾ ਦਿੰਦਾ, ਸਾਨੂੰ ਕਦੀ ਕਿਤੇ ਕਿਸੇ ਬੰਨੇ ਲੈ ਜਾਂਦਾ, ਕਦੀ ਕਿਸੇ ਬੰਨੇ ਲੈ ਜਾਂਦਾ। ਤਾਂ ਉਹਦੇ ਲਈ ਇਹ ਗੱਲ ਆਪਾਂ ਪਹਿਲਾਂ ਕਰ ਚੁੱਕੇ, ਵੈਸੇ ਪੁਰਾਣੇ ਕੁਛ ਐਪੀਸੋਡ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਆਪਾਂ ਕੁਛ ਐਪੀਸੋਡਸ ਕੀਤੇ ਉਹਦੇ ਵਿੱਚ ਮੈਂ ਗੱਲ ਕੀਤੀ ਸੀਗੀ ਕਿ ਉਸ ਮਨ ਨੂੰ ਕਾਬੂ ਕਰਨ ਦੇ ਲਈ, ਹੈ ਨਾ, ਸਾਨੂੰ ਜਿਹੜੀਆਂ ਆਪਣੀਆਂ ਇੰਦਰੀਆਂ ਹੈ ਉਹਨਾਂ ਉੱਤੇ ਕਾਬੂ ਕਰਨਾ ਬੜਾ ਜ਼ਰੂਰੀ ਹੈ। ਹੁਣ ਉਹ ਕਿਵੇਂ ਕਰਨਾ ਜ਼ਰੂਰੀ ਹੈ? ਜਦੋਂ ਅਸੀਂ ਅੱਖਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਖਾਂ ਦੇ ਨਾਲ ਕੀ ਦੇਖ ਰਹੇ ਹਾਂ, ਉਹ ਸਾਡੀ ਕਿਉਂਕਿ ਮੈਨ ਇਜ਼ ਮੇਡ ਅਪ ਆਫ ਸਟੋਰੀਜ਼, ਔਰ ਸਟੋਰੀਜ਼ ਸਾਨੂੰ ਹਰ ਪਾਸਿਓਂ ਮਿਲਦੀਆਂ, ਅੱਖਾਂ ਨਾਲ ਵੀ, ਕੰਨ ਨਾਲ ਵੀ, ਜ਼ੁਬਾਨ ਦੇ ਨਾਲ ਵੀ, ਕਿਉਂਕਿ ਅਸੀਂ ਚੁਗਲੀਆਂ ਜਦੋਂ ਕਰਦੇ ਹਾਂ, ਨਿੰਦਿਆ ਕਰਦੇ ਹਾਂ ਤਾਂ ਅਸੀਂ ਜ਼ੁਬਾਨ ਦੇ ਨਾਲ ਕਰਦੇ ਹਾਂ। ਤਾਂ ਹਰ ਇੱਕ ਜਿਹੜੀ ਇੰਦਰੀ ਹੈ ਉਹਦੇ ਉੱਤੇ ਕੰਟਰੋਲ ਕਰਨਾ ਹੀ ਕੌਨਸ਼ੀਅਸ ਹੋ ਕੇ ਗੁਰਬਾਣੀ ਨੂੰ ਅਪਣਾਉਣ ਦੀ ਗੱਲ ਹੈ। ਕਿਉਂਕਿ ਜਦੋਂ ਅਸੀਂ ਗੁਰਬਾਣੀ ਨੂੰ ਕੌਨਸ਼ੀਅਸਲੀ ਅਪਣਾਉਣਾ ਸ਼ੁਰੂ ਕਰ ਦਿਆਂਗੇ, ਇਹ ਨਹੀਂ ਕਿ ਮੈਂ ਸਿਰਫ ਗੁਟਕਾ ਸਾਹਿਬ ਖੋਲ੍ਹੇ ਔਰ ਬਸ ਪਾਠ ਪੜ੍ਹਨਾ ਸ਼ੁਰੂ ਕਰਤਾ, ਦਿਮਾਗ ਮੇਰਾ ਕਿਤੇ ਹੋਰ ਆ, ਉਹ ਨਹੀਂ। ਅਸੀਂ ਨਾ ਬੜੇ ਚਲਾਕੀ ਨਾਲ, ਜਾਂ ਇਹ ਕਹਿ ਲਓ ਕਿ ਅਣਭੋਲ ਵੀ ਹੈਗੇ ਆ ਥੋੜ੍ਹੇ ਜਿਹੇ। ਕੁਛ ਲੋਕਾਂ ਨੇ ਭੋਲੇਪਨ ਦੇ ਵਿੱਚ, ਕੁਛ ਲੋਕਾਂ ਨੇ ਚਲਾਕੀ ਨਾਲ ਉਹਨਾਂ ਨੇ ਚੀਜ਼ਾਂ ਨੂੰ ਬੜਾ ਟਵਿਸਟ ਕਰ ਲਿਆ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਨੇ ਉਹ ਜਦੋਂ ਜਾਂਦੇ ਨੇ ਔਰ ਉਹ ਗੱਲ ਕਰਦੇ ਨੇ, ਜਿਹੜੀ ਗੱਲ ਆਉਂਦੀ ਆ ਕਿ ਉਹਨਾਂ ਨੇ ਨਮਾਜ਼ ਕਿਹਾ ਕਿ ਸਾਡੇ ਨਾਲ ਤੁਸੀਂ ਨਮਾਜ਼ ਅਦਾ ਕਰੋ, ਤਾਂ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਤੁਸੀਂ ਨਮਾਜ਼ ਤਾਂ ਅਦਾ ਕੀਤੀ ਨਹੀਂ ਸਾਡੇ ਨਾਲ। ਉਹ ਕਹਿੰਦੇ ਕਿ ਮੈਂ ਕੀ ਕਰਦਾ, ਤੁਸੀਂ ਉੱਥੇ ਸੀਗੇ ਹੀ ਨਹੀਂ। ਜਦੋਂ ਉਹ ਕਾਜ਼ੀ ਨੂੰ ਕਹਿੰਦੇ ਨੇ, ਉਹ ਕਹਿੰਦੇ ਮੈਂ ਤਾਂ ਇੱਥੇ ਹੀ ਸੀ। ਉਹ ਕਹਿੰਦੇ ਨਹੀਂ ਜੀ, ਤੁਸੀਂ ਆਪਣੇ ਕਿਸੇ ਹੋਰ, ਇਹ ਸਾਡੀਆਂ ਸਾਖੀਆਂ ਦੇ ਵਿੱਚ ਇਹ ਗੱਲ ਆਉਂਦੀ ਆ। ਹੁਣ ਉਸ ਚੀਜ਼ ਨੂੰ ਨਾ ਜਿਹੜੇ ਚਲਾਕ ਸਿੱਖ ਨੇ ਉਹਨਾਂ ਨੇ ਬੜੇ
ਤਰੀਕੇ ਨਾਲ ਨਾ ਟਵਿਸਟ ਕੀਤਾ ਤੇ ਉਹਨਾਂ ਨੇ ਸਿਰਫ ਇਹਨੂੰ ਇਸ ਤਰੀਕੇ ਰੱਖ ਲਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਸਿਰਫ ਉਹ ਗੱਲ ਕਾਜ਼ੀ ਨੂੰ ਕਹੀ ਆ। ਜਦੋਂ ਪੰਡਤ ਜਿਹੜੇ ਨੇ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ, ਗੁਰੂ ਪਾਤਸ਼ਾਹ ਪੁੱਠੇ ਪਾਸੇ ਹੋ ਕੇ ਦੂਜੇ ਪਾਸੇ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਨੇ, ਤਾਂ ਇਹ ਵੀ ਅਸੀਂ ਇਸ ਚੀਜ਼ ਨੂੰ ਲਗਾਤਾ ਕਿ ਗੁਰੂ ਮਹਾਰਾਜ ਨੇ ਸਿਰਫ ਇਹ ਗੱਲ ਪੰਡਤਾਂ ਲਈ ਕਹੀ ਹੈ, ਇਹ ਸਿੱਖਾਂ 'ਤੇ ਲਾਗੂ ਨਹੀਂ ਹੁੰਦੀ। ਇੱਦਾਂ ਨਹੀਂ ਹੈ, ਇੱਦਾਂ ਨਹੀਂ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਹੜੀ ਗੱਲ ਸੀ ਉਹ ਇਹੀ ਸੀ ਕਿ ਜਦੋਂ ਤੁਸੀਂ ਜੋ ਵੀ ਘਟਨਾਕ੍ਰਮ ਹੋ ਰਿਹਾ ਹੁੰਦਾ, ਅਗਰ ਤੁਸੀਂ ਉੱਥੇ ਕੌਨਸ਼ੀਅਸ ਨਹੀਂ ਆ, ਪ੍ਰੈਜ਼ੈਂਟ ਨਹੀਂ ਆ, ਤਾਂ ਉਹ ਸਭ ਬਿਰਥਾ ਹੈ, ਉਸ ਦਾ ਕੋਈ ਵੀ ਫਰਕ ਨਹੀਂ ਪੈਣਾ। ਫਿਰ ਚਾਹੇ ਉਹ ਤੁਸੀਂ ਅੱਲਾ ਕਹਿ ਰਹੇ ਆ ਜਾਂ ਰਾਮ ਕਹਿ ਰਹੇ ਆ ਜਾਂ ਕ੍ਰਿਸ਼ਨ ਕਹਿ ਰਹੇ ਆ ਜਾਂ ਤੁਸੀਂ ਵਾਹਿਗੁਰੂ ਕਹਿ ਰਹੇ ਆ। ਜੇ ਤੁਸੀਂ ਵਾਹਿਗੁਰੂ ਨੂੰ ਸਿਰਫ ਲੋਕ ਦਿਖਾਵਾ ਸਮਝ ਕੇ ਚੱਲ ਰਹੇ ਆ ਤਾਂ ਫਿਰ ਉਹ ਲੋਗਨ ਰਾਮ ਤਮਾਸ਼ਾ ਖਿਲੌਣਾ ਜਾਣਾ ਹੈ ਨਾ, ਉਹ ਗੱਲ ਜਿਹੜੀ ਹੈ ਲੋਗਨ ਰਾਮ ਖਿਲੌਣਾ ਜਾਣਾ, ਫਿਰ ਉਹ ਗੱਲ ਬਕਾਇਦਾ ਸਿੱਖਾਂ 'ਤੇ ਵੀ ਓਨੀ ਹੀ ਲਾਗੂ ਹੁੰਦੀ ਆ ਜਿੰਨੀ ਬਾਕੀਆਂ ਦੇ ਉੱਤੇ ਲਾਗੂ ਹੁੰਦੀ ਆ। ਸੋ ਜਦੋਂ ਅਸੀਂ ਗੁਰਬਾਣੀ ਦੇ ਵੱਲ ਅਸੀਂ ਅਕਾਲ ਪੁਰਖ ਵੱਲ ਇਨਕਲਾਈਨਡ ਕਿਉਂ ਨਹੀਂ ਹੁੰਦੇ, ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਸਵਾਲ ਸੀ, ਤਾਂ ਉਹ ਇਸ ਕਰਕੇ ਕਿਉਂਕਿ ਬਹੁਤਾਤ ਦੇ ਵਿੱਚ ਅਸੀਂ ਕੌਨਸ਼ੀਅਸ ਨਹੀਂ ਹੁੰਦੇ। ਅਸੀਂ ਆਪਣੇ ਬੱਚਿਆਂ ਦੀ ਟ੍ਰੇਨਿੰਗ ਪਤਾ ਕਿੱਦਾਂ ਕਰਾਉਂਦੇ ਹਾਂ, ਅਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ, ਜਿਹੜਾ ਬੱਚਾ ਤਾਂ ਬਹੁਤ ਛੋਟਾ ਹਜੇ ਪੈਦਾ ਹੀ ਹੋਇਆ, ਉਹਦੇ ਬਾਰੇ ਤਾਂ ਗੱਲ ਆਪਾਂ ਨਹੀਂ ਕਰਾਂਗੇ, ਪਰ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਸਮਝ ਵੀ ਹੁੰਦੀ ਆ ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ, ਔਰ ਘਰੋਂ ਉਹਨਾਂ ਦੀ ਟ੍ਰੇਨਿੰਗ ਹੀ ਨਹੀਂ ਕਰਾਉਂਦੇ ਕਿ ਤੁਸੀਂ ਜਾ ਕਿੱਥੇ ਰਹੇ ਆ। ਆਪਾਂ ਉਹਨਾਂ ਨੂੰ ਦੱਸਦੇ ਹੀ ਨਹੀਂ, ਸਿਰਫ ਉਹਨਾਂ ਨੂੰ ਇੰਨਾ ਪਤਾ ਕਿ ਇੱਕ ਐਸੀ ਬਿਲਡਿੰਗ ਹੈ ਜਿਹਦੇ ਵਿੱਚ ਆਪਾਂ ਜਾਣਾ, ਉੱਥੇ ਕੁਝ ਸਮਾਂ ਮੰਮੀ ਨੇ ਜਾਂ ਡੈਡੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠਣਾ, ਫਿਰ ਅਸੀਂ ਲੰਗਰ ਛਕਣਾ, ਹੋ ਸਕਦਾ ਕਿਸੇ ਪਾਰਟੀ ਲਈ ਗਏ ਹੋਣ, ਉੱਥੇ ਪੀਜ਼ਾ ਖਾਣਾ, ਔਰ ਉਸ ਤੋਂ ਬਾਅਦ ਅਸੀਂ ਘਰ ਆ ਜਾਣਾ। ਉਹ ਤਾਂ ਹੀ ਇਹੀ ਕਾਰਨ ਹੈ ਕਿ ਬੱਚੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤਾਂ ਉੱਧਰ ਤਾਂ ਅਰਦਾਸ ਚੱਲ ਰਹੀ ਹੁੰਦੀ, ਇੱਧਰ ਬੱਚੇ ਭੱਜੇ ਫਿਰਦੇ ਹੁੰਦੇ ਆ, ਔਰ ਉਹ ਬੱਚੇ ਜਿਹੜੇ ਛੋਟੇ ਬੱਚੇ ਨਹੀਂ ਹੁੰਦੇ, ਤਕਰੀਬਨ ਸਮਝਣ ਵਾਲੇ ਬੱਚੇ ਹੁੰਦੇ ਆ। ਬੱਚਿਆਂ ਦੀ ਗਲਤੀ ਨਹੀਂ ਹੈ, ਗਲਤੀ ਸਾਡੀ ਹੈ। ਹੁਣ ਜਦੋਂ ਐਸਾ ਬੱਚਾ ਜਿਹਨੂੰ ਇਹ ਸਿਖਾਇਆ ਗਿਆ ਕਿ ਆਹ ਪਾਠ ਕਰਨਾ, ਹੁਣ ਉਹਨੂੰ ਪਤਾ ਹੀ ਨਹੀਂ ਹੈ ਕਿ ਪਾਠ ਕਰਨ ਦਾ ਮਤਲਬ ਕੀ ਹੈ, ਉਸਨੂੰ ਸਿਰਫ ਇੰਨਾ ਪਤਾ ਕਿ ਵਰਡ ਟੂ ਵਰਡ ਮੈਂ ਪੜ੍ਹਨਾ। ਮੇਰੇ ਭਤੀਜੇ ਨੇ ਛੋਟੇ ਅਤੇ ਜਦੋਂ ਮੇਰੇ ਮੰਮਾ ਸਵੇਰੇ ਪਾਠ ਕਰਦੇ ਹੁੰਦੇ ਸੀ, ਉਹ ਬੜੇ ਬਿਲਕੁਲ ਛੋਟੇ ਅਜੇ, ਉਦੋਂ ਆਈ ਥਿੰਕ 2 ਸਾਲ ਦੇ ਸੀ, ਤਾਂ ਹੁਣ ਉਹਨਾਂ ਨੇ ਵੀ ਮੰਮਾ ਦੇ ਨਾਲ ਬੈਠਣਾ ਕਿ ਅਸੀਂ ਵੀ ਪਾਠ ਕਰਨਾ। ਤਾਂ ਉਹਨਾਂ ਨੂੰ ਕੀ ਕਰਨਾ, ਮੰਮੀ ਨੇ ਇੱਦਾਂ ਹੀ ਲਾਗੇ ਉਹਨਾਂ ਨੇ ਕੋਈ ਨੋਟਬੁੱਕ ਫੜ ਲੈਣੀ ਜਾਂ ਅਖਬਾਰ ਫੜ ਲੈਣੀ, ਮੰਮਾ ਦੇ ਹੱਥ 'ਚ ਗੁਟਕਾ ਸਾਹਿਬ ਹੁੰਦਾ ਸੀ, ਔਰ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਉਹਨਾਂ ਨੂੰ ਬੋਲਣਾ ਨਹੀਂ ਆਉਂਦਾ, ਤਾਂ ਉਹ ਉਹਦੇ ਉੱਤੇ ਐਵੇਂ ਹੀ ਉਂਗਲ, ਕਿਉਂਕਿ ਮੰਮਾ ਪਾਠ ਕਰਦੇ ਹੋਏ ਕਿਉਂਕਿ ਉਹਨਾਂ ਦੀ ਆਈਸਾਈਟ ਦੀ ਪ੍ਰੋਬਲਮ ਸੀਗੀ, ਅਤੇ ਉਹ ਉਂਗਲ ਦੇ ਨਾਲ ਜਿਵੇਂ ਨਿਸ਼ਾਨ ਲਾ ਕੇ ਆਪਾਂ ਕਰਦੇ ਹਾਂ, ਤਾਂ ਉਹਨਾਂ ਨੇ ਵੀ ਉਂਗਲ ਦੇ ਨਾਲ ਪਿੱਛੇ ਇਸ ਤਰੀਕੇ ਨਾਲ ਕਰੀ ਜਾਣਾ। ਸਾਡੇ ਵਿੱਚੋਂ ਬਹੁਤੇ ਲੋਕ ਜਿਹੜੇ ਨੇ ਉਹ ਛੋਟੇ ਬੱਚਿਆਂ ਵਾਂਗੂ ਹੀ ਸਾਰੀ ਉਮਰ ਕਰਦੇ ਰਹਿੰਦੇ ਨੇ, ਉਹ ਸਿਰਫ ਅੱਖਰ ਪੜ੍ਹਦੇ ਰਹਿੰਦੇ ਨੇ, ਪਰ ਉਸ ਨੂੰ ਕੌਨਸ਼ੀਅਸਲੀ ਦੇਖਦੇ ਨਹੀਂ ਕਿ ਉਹ ਪੜ੍ਹ ਕੀ ਰਹੇ ਨੇ। ਜੇਕਰ ਇਹ ਦੇਖਦੇ ਹੁੰਦੇ ਤਾਂ ਸਾਡੀ ਜੋ ਵਿਅਥਾ ਅੱਜ ਹੈ ਉਹ ਹੋਣੀ ਨਹੀਂ ਸੀ। ਸੋ ਮੈਂ ਆਸ ਕਰਦੀ ਹਾਂ ਕਿ ਤੁਹਾਡਾ ਜਿਹੜਾ ਸਵਾਲ ਦਾ ਜਵਾਬ ਹੈ ਉਹ ਮੈਂ ਦੇ ਪਾਈ ਹੋਊਂਗੀ ਸਹੀ ਤਰੀਕੇ ਨਾਲ। ਇੱਕ ਸਵਾਲ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ, ਔਰ ਉਸ ਨੂੰ ਮੈਨੂੰ ਲੱਗਦਾ ਕਿ ਮੈਂ ਅਗਲੇ ਐਪੀਸੋਡ ਦੇ ਵਿੱਚ ਲਊਂਗੀ। ਉਹ ਸਵਾਲ ਇਹ ਹੈ ਕਿ ਗੁਰਪ੍ਰੀਤ ਸਿੰਘ ਜੀ ਲਿਖਦੇ ਨੇ, ਇੱਕ ਸਿੱਖ ਗੈਰ ਸਿੱਖ ਨਾਲ ਵਿਆਹ ਕਰਵਾ ਸਕਦਾ ਹੈ ਜਾਂ ਇੱਕ ਸਿੱਖ ਲੜਕਾ ਗੈਰ ਸਿੱਖ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ? ਕੀ ਸਿੱਖੀ ਇਸ ਦੀ ਪ੍ਰਵਾਨਗੀ ਦਿੰਦੀ ਹੈ? ਜੇ ਨਹੀਂ ਦਿੰਦੀ ਤਾਂ ਕਿਉਂ ਨਹੀਂ ਦਿੰਦੀ? ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਤਾਂ ਗੈਰ ਸਿੱਖ ਨੂੰ ਵੀ ਗਲਵੱਕੜੀ ਵਿੱਚ ਲੈਂਦਾ ਹੈ। ਇਹ ਗੁਰਪ੍ਰੀਤ ਸਿੰਘ ਜੀ ਹੁਣਾਂ ਦਾ ਸਵਾਲ ਹੈ, ਔਰ ਇਹ ਬੜਾ ਇੰਪੋਰਟੈਂਟ ਅਹਿਮ ਸਵਾਲ ਹੈ। ਇਸ ਸਵਾਲ ਨੂੰ ਮੈਂ ਅਗਲੇ ਐਪੀਸੋਡ ਦੇ ਵਿੱਚ, ਆਪਾਂ ਕੁਐਸਚਨ ਆਨਸਰਸ ਨੂੰ ਹੀ ਥੋੜ੍ਹਾ ਜਿਹਾ ਅੱਗੇ ਰੱਖਾਂਗੇ, ਇਸ ਸਵਾਲ ਨੂੰ ਅਗਲੇ ਐਪੀਸੋਡ ਦੇ ਵਿੱਚ ਆਪਾਂ ਥੋੜ੍ਹਾ ਵਿਸਥਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬੜਾ ਇੰਪੋਰਟੈਂਟ ਸਵਾਲ ਹੈ। ਇਸ ਲਈ ਇੰਪੋਰਟੈਂਟ ਸਵਾਲ ਹੈ ਕਿਉਂਕਿ ਸਾਡੇ ਜਿਹੜੇ ਨੌਜਵਾਨ ਹੈਗੇ ਨੇ, ਸਾਡੇ ਯੰਗਸਟਰਸ ਨੇ, ਇਹ ਸਿੱਧਾ ਉਹਨਾਂ ਦੇ ਨਾਲ ਰਿਲੇਟਡ ਆ। ਇਸ ਸਵਾਲ ਨੂੰ ਮੈਂ ਇੱਕ ਪ੍ਰੋਪਰ ਤਰੀਕੇ ਦੇ ਨਾਲ ਸਮਝ ਕੇ ਔਰ ਇਸ ਨੂੰ ਚੰਗੀ ਤਰੀਕੇ ਨਾਲ ਆਪ ਜੀ ਦੀ ਕਚਹਿਰੀ ਵਿੱਚ ਰੱਖਣਾ ਚਾਹੂੰਗੀ। ਉਸ ਦੌਰਾਨ ਜੇਕਰ ਤੁਹਾਡੇ ਕੋਲ ਕੋਈ ਵਿਚਾਰ ਹੋਣ, ਜਿਹੜਾ ਪੂਰਾ 1 ਹਫ਼ਤਾ ਹੈ ਇਸੇ ਸਵਾਲ ਦੇ ਪ੍ਰਤੀ, ਤਾਂ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੇ ਕਰਨੇ, ਮੈਨੂੰ ਲਿਖ ਕੇ ਭੇਜ ਸਕਦੇ ਹੋ। ਜਿਸ ਤਰੀਕੇ ਨਾਲ ਵੀ ਜੋ ਅਗਰ ਤੁਸੀਂ ਚਾਹੁੰਦੇ ਆ ਕਿ ਮੈਂ ਉਹਨਾਂ ਵਿਚਾਰਾਂ ਨੂੰ ਵੀ ਵਿੱਚ ਐਡ ਕਰਾਂ, ਤਾਂ ਤੁਸੀਂ ਮੈਨੂੰ ਜ਼ਰੂਰ ਇਸ ਸਵਾਲ ਦੇ ਆਪਣੇ ਅਕੋਰਡਿੰਗ ਜੋ ਜਵਾਬ ਨੇ ਉਹ ਜ਼ਰੂਰ ਲਿਖ ਕੇ ਭੇਜਣਾ। ਇੰਨੀਆਂ ਕੁ ਅੱਜ ਦੀਆਂ ਜਿਹੜੀਆਂ ਮੇਰੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਅਗਲੇ ਐਪੀਸੋਡ ਦੇ ਵਿੱਚ ਆਪਾਂ ਕੁਐਸਚਨ ਆਨਸਰਸ ਨੂੰ ਹੀ ਕੰਟੀਨਿਊ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।